ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜੁਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸਿਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ। ਧਰੋ ਧਰਾ ਧਰ ਪੁਨ ਪੁਨ ਸੀਸ ਜੀ, ਪੁਨ ਪੁਨ ਸੀਸ। ਵੰਦੋ ਬਾਰ ਬਾਰ ਜਗਦੀਸ਼। ਜਿਸ ਮੈਂ ਹੈ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਲ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਪਿਤਾ ਮਾਤ ਤੇ ਸੁਨ ਪੁਨ ਕਹਿਓ, ਸਭ ਸੁਖ ਬਾਸ ਇਹਾ ਤੁਮ ਲਹਿਓ। ਸੰਗਤ ਕੋ ਬਿਗਾਰਿਸ ਥਾਨ, ਨਹਿ ਸੁਧਰੈ ਹਮ ਲੀਨਸ ਜਾਨ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਜ਼ਾਹਰਾ ਜ਼ਹੂਰ ਹਾਜ਼ਰ ਹਜ਼ੂਰ, ਸਰਬ ਕਲਾ ਭਰਪੂਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਉਪਸਥਿਤ ਗੁਰੂ ਸਵਾਰੇ, ਗੁਰੂ ਪਿਆਰੇ ਸਤਸੰਗੀ ਜਨੋ, ਆਓ ਸਤਿਗੁਰੂ ਜੀ ਕੀ ਅਪਾਰ ਬਖਸ਼ਿਸ਼ ਨਾਲ ਸੰਧਿਆ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਦੀ ਪ੍ਰਾਰੰਭਤਾ ਕਰੀਏ। ਗੁਰੂ ਇਤਿਹਾਸ ਕੀ ਲੜੀਵਾਰ ਕਥਾ ਵਿਚਾਰ ਜੋ ਸਤਿਗੁਰਾਂ ਕੇ ਨਾ ਪਵਿੱਤਰ ਸਥਾਨਾਂ ਤੇ ਆਪ ਸੰਗਤ ਨਿਤਾ ਪ੍ਰਤ ਭਾਵਨਾ ਪਿਆਰ ਸਹਿਤ ਸਰਵਨ ਕਰਦੇ ਹੋ ਚਲਦੀ ਆ ਰਹੀ ਲੜੀ ਤਹਿਤ ਕੁਝ ਸਮਾਂ ਮਹਾਰਾਜ ਜੀ ਕੇ ਜੀਵਨ ਬਿਰਤਾਂਤਾਂ ਨਾਲ ਗੁਰੂ ਇਤਿਹਾਸ ਨਾਲ ਜੁੜਨ ਦਾ ਯਤਨ ਕਰਦੇ ਹਾਂ। ਪ੍ਰਥਮ ਮਹਾਰਾਜ ਤੋਂ ਆਗਿਆ ਲਈਏ, ਰਸਨਾ ਪਵਿੱਤਰ ਕਰੀਏ, ਗੁਰੂ ਫਤਿਹ ਨਾਲ ਸਾਂਝ ਪਾਓ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦਿਆਂ ਦੀਵਾਨਾਂ ਅੰਦਰ ਜਿੱਥੇ ਸੰਪੰਨਤਾ ਹੋਈ, ਸਤਿਗੁਰੂ ਗੁਰੂ ਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਜੋ ਕਿ ਪਟਨਾ ਸਾਹਿਬ ਦੀ ਧਰਤੀ ਤੇ ਆਪਣੇ ਦਾਦੀ ਮਾਤਾ ਨਾਨਕੀ ਜੀ ਹੋਰਾਂ ਦੇ ਨਾਲ ਬੈਠ ਕਰਕੇ ਵਿਚਾਰਾਂ ਕਰ ਰਹੇ ਸਨ। ਉਹਨਾਂ ਦੇ ਮੁਖ ਤੋਂ ਬਚਨ ਸੁਣ ਰਹੇ ਸਨ ਤੇ ਜੋ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੇ ਵੇਲੇ ਮਾਤਾ ਨਾਨਕੀ ਜੀ ਹੋਰਾਂ ਨੇ ਆਪਣੇ ਤਨ ਤੇ ਹੰਡਾਇਆ, ਜਿਵੇਂ ਜਿਵੇਂ ਜੰਗੀ ਵਰਤਾਂਤ ਮਾਤਾ ਜੀਆਂ ਨੇ ਆਪਣੇ ਮੁਖ ਤੋਂ ਆਪਣੇ ਪੋਤਰੇ ਲਾਲ ਗੋਬਿੰਦ ਰਾਏ ਜੀ ਹੋਰਾਂ ਨੂੰ ਸਭ ਸਰਵਣ ਕਰਵਾਇਆ ਤੇ ਨਾਲ ਹੀ ਵੀ ਕਿਹਾ ਕਿ ਜਲਦੀ ਹੀ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਪੰਜਾਬ ਦੇਸ਼ ਤੋਂ ਸੁਨੇਹਾ ਭੇਜਣਗੇ, ਫਿਰ ਆਪਾਂ ਉਸ ਦੇਸ਼ ਵਾਪਸ ਜਾਣਾ ਹੈ। ਇਹ ਸਾਰੀ ਬਾਤ ਸੁਣ ਕਰਕੇ ਫਿਰ ਲਾਲ ਗੋਬਿੰਦ ਰਾਏ ਜੀ ਮਾਤਾ ਜੀਆਂ ਨੂੰ ਕਹਿੰਦੇ ਹਨ
ਕਿ ਮਾਤਾ ਜੀ ਸਾਡਾ ਚਿੱਤ ਕਰਦਾ ਹੈ ਕਿ ਜਲਦੀ ਅਸੀਂ ਉਸ ਸਥਾਨ ਤੇ ਜਾਈਏ, ਕਿਉਂਕਿ ਇੱਥੋਂ ਦੀ ਜਿਹੜੀ ਸੰਗਤ ਹੈ ਉਹ ਸਾਡੇ ਨਾਲ ਪ੍ਰੇਮ ਤੇ ਕਰਦੀ ਹੈ, ਲੇਕਿਨ ਕਿਤੇ ਕਿਤੇ ਸੰਗਤ ਵਿੱਚ ਕੁਝ ਵਿਗਾੜ ਵੀ ਨੇ, ਗੁਰੂ ਨੂੰ ਠੱਗਣ ਦਾ ਯਤਨ ਕੀਤਾ ਜਾਂਦਾ ਹੈ। ਇਸ ਕਰਕੇ ਸਾਡਾ ਜਿਹੜਾ ਮਨ ਹੈ ਉਹ ਜਲਦੀ ਹੀ ਪੰਜਾਬ ਦੇਸ਼ ਮੁੜਨ ਦਾ ਹੈ। ਜਿਵੇਂ ਕਹਿ ਰਹੇ ਹਨ ਭਾਈ ਸਾਹਿਬ ਜੀ ਹੋਰਾਂ ਨੇ ਬਚਨ ਅੰਕਿਤ ਕੀਤੇ ਹਨ, ਪਿਤਾ ਮਾਤ ਤੇ ਸੁਨ ਪੁਨ ਕਹਿਓ, ਸਭ ਸੁਖ ਬਾਸ ਇਹਾਂ ਤੁਮ ਲਹਿਓ। ਕਿ ਮਾਤਾ ਜੀ ਜਦੋਂ ਤੋਂ ਆਪ ਜੀ ਵੀ ਇਸ ਸਥਾਨ ਤੇ ਆ ਕਰਕੇ ਟਿਕੇ ਹੋ, ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਜਦੋਂ ਤੋਂ ਹੁਕਮ ਕੀਤੇ ਨੇ, ਭਾਵੇਂ ਕਿ ਇੱਥੇ ਵਸਣ ਦੇ ਲਈ ਹਰ ਤਰ੍ਹਾਂ ਦਾ ਸੁੱਖ ਸਾਨੂੰ ਮਿਲਿਆ ਹੈ, ਸੰਗਤ ਨੇ ਬਹੁਤ ਸੇਵਾ ਕੀਤੀ ਹੈ, ਲੇਕਿਨ ਫਿਰ ਵੀ ਕਿਤੇ ਕਿਤੇ ਸੰਗਤ ਦੇ ਅੰਦਰ ਕੁਝ ਨੇਮੀ ਪ੍ਰੇਮੀ ਐਸੇ ਨੇ ਜਿਨ੍ਹਾਂ ਵਿੱਚ ਸਾਨੂੰ ਅੰਤਰਾਤਮੇ ਤੋਂ ਵਿਗਾੜ ਵੇਖਣ ਨੂੰ ਮਿਲ ਰਿਹਾ। ਸੰਗਤ ਕੋ ਵਿਗਾੜ ਸਥਾਨ ਨਹਿ ਸੁਧਰੈ ਹਮ ਲੀਜੈ ਮਾਨ। ਮਾਤਾ ਜੀ ਸਾਡੀ ਗੱਲ ਨੂੰ ਵੀ ਮੰਨੋ, ਭਾਵੇਂ ਇਹ ਸਿੱਖ ਬੜੇ ਪਿਆਰ ਸਹਿਤ ਗੁਰੂ ਘਰ ਦੀ ਸੇਵਾ ਕਰਦੇ ਹਨ, ਲੇਕਿਨ ਇਹਦੇ ਅੰਦਰ ਕਿਤੇ ਨਾ ਕਿਤੇ ਚਲਾਕੀ ਜਿਹੜੀ ਹੈ ਉਹ ਫਿਰ ਵੀ ਅੰਦਰ ਵਰਤਦੀ ਰਹਿੰਦੀ ਹੈ। ਉਹ ਕਿਵੇਂ ਹੈ, ਉਹਦਾ ਅੱਗੇ ਜਿਹੜਾ ਸੰਪੂਰਨ ਹਵਾਲਾ ਹੈ ਜੋ ਮਹਾਰਾਜ ਜਿਸ ਵਿਧ ਕਰਦੇ ਹਨ ਉਹ ਆਵੇਗਾ ਜੀ। ਵਿਰਲੇ ਲਖੀਐ ਹੈ ਸਿੱਖ ਪ੍ਰੇਮੀ। ਵਿਰਲੇ ਹੈਗੇ ਤਾਂ ਨਹੀਂ ਸਥਾਨ ਤੇ ਸਿੱਖ, ਪਰੰਤੂ ਵਿਰਲੇ ਪ੍ਰੇਮੀ ਹਨ। ਨਾਹਤ ਸਕਲ ਸੰਗਤਾਂ ਨੇਮੀ। ਨਾਹਤ ਬਾਕੀ ਹੋਰ ਜਿੰਨਾ ਵੀ ਇਕੱਠ ਹੁੰਦਾ ਹੈ ਨਾ, ਇਹ ਪ੍ਰੇਮੀ ਨਹੀਂ ਨੇ, ਇਹ ਨੇਮੀ ਨੇ। ਤੇ ਨੇਮੀ ਦੇ ਪ੍ਰੇਮੀ ਦੇ ਅੰਦਰ ਇੱਕ ਫਰਕ ਹੁੰਦਾ ਹੈ। ਨੇਮੀ ਜਿਹੜਾ ਹੁੰਦਾ ਹੈ ਉਹ ਮਿੱਥੇ ਹੋਏ ਕਰਮ ਕਾਂਡ ਅਨੁਸਾਰ ਆਪਣੇ ਇਸ਼ਟ ਨੂੰ ਰਿਝਾਉਣ ਦਾ ਯਤਨ ਕਰਦਾ ਹੈ। ਮਿੱਥੀ ਹੋਈ ਇੱਕ ਮਰਿਆਦਾ ਅਨੁਸਾਰ ਉਹ ਕਰਮ ਕਰਦਾ ਜਿਹਦੇ ਤੇ ਇਸ਼ਟ ਪ੍ਰਸੰਨ ਹੋਵੇ। ਤੇ ਪ੍ਰੇਮੀ ਜਿਹੜਾ ਹੁੰਦਾ ਹੈ ਉਹ ਆਪਣਾ ਆਪ ਭੁਲਾ ਕਰਕੇ ਸਮਰਪਿਤ ਹੋ ਕਰਕੇ ਦੱਸੀ ਹੋਈ ਕਿਰਤ ਕਰਦਾ ਹੈ। ਸੋ ਨੇਮੀ ਤੇ ਪ੍ਰੇਮੀ ਦੇ ਅੰਦਰ ਇਹ ਇੱਕ ਅੰਤਰ ਹੈ। ਫਸੇ ਜਗਤ ਕੀ ਰੀਤ ਮਜਾਰੀ। ਇਹ ਸਭ ਜਗਤ ਦੀ ਰੀਤ, ਜਿਵੇਂ ਜਗਤ ਦੀ ਜਿਹੜੀ ਬਹੁਤੀ ਰੀਤ ਹੈ ਨਾ ਉਹ ਪ੍ਰੇਮ ਵਾਲੀ ਨਹੀਂ, ਉਹ ਨੇਮ ਵਾਲੀ ਹੈ। ਨੇਮ ਕਰਨਾ ਹੈ। ਜਿਵੇਂ ਆਪਾਂ ਵੀ ਸਾਰੇ ਆ ਤਾਂ ਭਾਵੇਂ ਗੁਰਸਿੱਖ, ਪਰੰਤੂ ਗੁਰੂ ਦੀ ਦਿੱਤੀ ਜਿੰਨੀ ਕੁ ਮਰਿਆਦਾ ਹੈ ਉਹਨਾਂ ਕੀ ਨੇਮ ਕਰਦੇ ਆ। ਇਸ ਤੋਂ ਵੱਧ ਕੇ ਪ੍ਰੇਮ ਵਿੱਚ ਕੋਈ ਸੇਵਾ ਸਿਮਰਨ ਕੁਝ ਨਹੀਂ ਹੁੰਦਾ। ਸੋ ਨੇਮੀ ਜਿਹੜਾ ਹੈ ਉਹ ਕੇਵਲ ਜਗਤ ਦੀ ਰੀਤ ਤੱਕ ਹੀ ਸੀਮਤ ਰਹਿੰਦਾ ਹੈ ਜੀ। ਨਾਮ ਤਰੀਕੇ ਕੇ ਅਧਿਕਾਰੀ। ਨਾਮ ਤਰੀਕ ਭਾਵ ਠੀਕ ਹੈ, ਫਿਰ ਸਿੱਖ ਹਨ ਜਿਨ੍ਹਾਂ ਕੋ ਨੇਮ ਨਿਭਾਉਂਦੇ ਹਨ ਉਨੀ ਕੋ ਅਸੀਂ ਬਖਸ਼ਿਸ਼ ਕਰ ਦਿੰਦੇ ਹਾਂ। ਪਰੰਤੂ ਜੇ ਸੰਪੂਰਨ ਬਖਸ਼ਿਸ਼ ਲੈਣੀ ਹੈ ਤੇ ਪ੍ਰੇਮ ਵਾਲੀ ਖੇਡ ਖੇਡਣੀ ਪੈਂਦੀ ਹੈ, ਤੇ ਉਹ ਪ੍ਰੇਮ ਇਹਨਾਂ ਪਾਸ ਬਹੁਤ ਘੱਟ ਹੈ। ਵਿਰਲੇ ਪੁਰਖ ਹਨ ਜਿਨ੍ਹਾਂ ਦੇ ਪਾਸ ਅਸੀਂ ਉਹ ਪ੍ਰੇਮ ਵੇਖ ਰਹੇ ਹਾਂ। ਪ੍ਰੇਮੀ ਨੇਮੀ ਸਭ ਮਮ ਸਰਨਾ। ਭਾਵੇਂ ਕੋਈ ਨੇਮੀ ਹੈ ਭਾਵੇਂ ਕੋਈ ਪ੍ਰੇਮੀ ਹੈ, ਹੈਗੇ ਸਾਰੇ ਸਾਡੀ ਹਜ਼ੂਰੀ ਅੰਦਰ ਹਨ। ਹਮਨੇ ਇਨ ਉਧਾਰ ਜਗ ਕਰਨਾ। ਕਿਉਂਕਿ ਸਾਡਾ ਜਿਹੜਾ ਅਵਤਾਰ ਹੋਇਆ ਹੈ, ਅਸੀਂ ਇਹ ਸਾਰੀ ਲੁਕਾਈ ਦਾ ਉਧਾਰ ਕਰਨ ਹਿੱਤ, ਖਾਸ ਕਰ ਸਿੱਖਾਂ ਦੇ ਉੱਪਰ ਦਇਆ ਕਰਨ ਹਿੱਤ, ਸੰਤੋ ਵਾਰਨ ਧਰਮ ਚਲਾਵਨ, ਸੋ ਇਹਨਾਂ ਦਾ ਉਧਾਰ ਕਰਨ ਹਿੱਤ ਅਸੀਂ ਅਵਤਾਰ ਧਾਰਨ ਕੀਤਾ ਹੈ ਤੇ ਇਹਨਾਂ ਦਾ ਉਧਾਰ ਕਰਨਾ ਹੈ ਜੀ। ਵਿਦ ਨਿਖੇਦ ਮੈਂ ਇਹ ਸਿੱਖ ਰਹਿ। ਵਿਦ ਨਿਖੇਦ, ਲੇਕਿਨ ਜੇਕਰ ਮਨੁੱਖ ਪੂਰਨ ਤੌਰ ਤੇ ਨੇਮੀ ਵੀ ਹੋ ਜਾਏ ਨਾ ਤਾਂ ਵੀ ਗੁਰੂ ਬਖਸ਼ ਦਿੰਦਾ ਹੈ। ਲੇਕਿਨ ਜਿਹੜੇ ਨੇਮੀ ਹਨ ਉਹ ਨੇਮੀ ਦੇ ਵਿੱਚ ਵੀ ਕੁਝ ਐਸੇ ਕਰਮਕਾਂਡ ਕਰਦੇ ਹਨ, ਨਖਿੱਧ ਕਰਮ ਜਿਨ੍ਹਾਂ ਨੂੰ ਆਪਾਂ ਕਹਿ ਲਈਏ, ਭਾਵ ਜਿਹੜੇ ਕਿ ਗੁਰੂ ਦੀ ਨਜ਼ਰ ਅੰਦਰ ਪ੍ਰਵਾਨ ਨਹੀਂ ਹਨ। ਮੁਝ ਕੋ ਇਹ ਬਾਲਕ ਹੀ ਲਹੈ। ਤੇ ਲਾਲ ਗੋਬਿੰਦ ਰਾਏ ਜੀ ਕਹਿਣ ਲੱਗੇ, ਮਾਤਾ ਜੀ ਇਹ ਸਾਰੇ ਸਾਨੂੰ ਬਾਲਕ ਬੱਚਾ ਹੀ ਸਮਝਦੇ ਹਨ। ਭਾਵੇਂ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇੱਥੋਂ ਦੀ ਸੰਗਤ ਨੂੰ ਇਹ ਹੁਕਮ ਦਿੱਤੇ ਸਨ ਕਿ ਜਿਹੜੇ ਸਾਡੇ ਲਾਲ ਗੋਬਿੰਦ ਰਾਏ ਜੀ ਹਨ ਉਹ ਸਾਡਾ ਹੀ ਰੂਪ ਹਨ, ਤੇ ਅੱਜ ਤੋਂ ਬਾਅਦ ਸਾਡਾ ਰੂਪ ਜਾਣ ਕੇ ਹੀ, ਗੁਰੂ ਜਾਣ ਕੇ ਹੀ ਉਹਨਾਂ ਦੀ ਸੇਵਾ ਕਰਨੀ। ਲੇਕਿਨ ਜਿਵੇਂ ਮਹਾਰਾਜ ਨੇ ਹੁਕਮ ਕੀਤੇ ਸਨ, ਬਹੁਤ ਸਾਰੇ ਸਿੱਖ ਮਸੰਦ ਸੰਗਤ ਆਦਿਕ ਸਾਨੂੰ ਕੇਵਲ ਬਾਲ ਰੂਪ ਵਿੱਚ ਬੱਚਾ ਜਾਣ ਕਰਕੇ ਹੀ ਮੰਨਦੇ ਹਨ। ਜਨਮ ਭੂਮਿਕਾ ਹੈ ਇਹ ਮੇਰੀ। ਤੇ ਮਾਤਾ ਜੀ ਤੁਸੀਂ ਕਹਿ ਰਹੇ ਹੋ ਵੀ ਇੱਥੇ ਸਾਨੂੰ ਬਹੁਤ ਸੁੱਖ ਮਿਲਦਾ ਹੈ, ਸੰਗਤ ਸੇਵਾ ਕਰਦੀ ਹੈ, ਜਥਾ ਸ਼ਕਤ ਹਰ ਤਰ੍ਹਾਂ ਦਾ ਸਾਧਨ ਹੈ,
ਅਸੀਂ ਵੀ ਇਹ ਬਾਤ ਮੰਨਦੇ ਹਾਂ ਵੀ ਇਹ ਸਾਡੀ ਜਨਮ ਭੂਮੀ ਹੈ ਜੀ। ਜਾਂ ਤੇ ਸਰਦਾ ਹੈ ਨਾ ਕਨੇਰੀ। ਇਸ ਕਰਕੇ ਸਰਦਾ ਵੀ ਹੈ, ਲੇਕਿਨ ਉਸ ਤਰ੍ਹਾਂ ਨਾਲ ਨਹੀਂ ਜਿਵੇਂ ਪੰਜਾਬ ਦੇਸ਼ ਦੇ ਅੰਦਰ, ਪੰਜਾਬ ਦੇਸ਼ ਵਿੱਚ ਜਾ ਕੇ ਵਸਣ ਨੂੰ ਚਿੱਤ ਕਰਦਾ ਹੈ। ਇਨਕੇ ਮਨ ਕੀ ਮੈਂ ਸਭ ਜਾਣੀ। ਤੇ ਗਰੀਬ ਨਿਵਾਜ ਸਤਿਗੁਰੂ ਬਾਲਾ ਪ੍ਰੀਤਮ ਲਾਲ ਗੋਬਿੰਦ ਰਾਏ ਜੀ ਮਾਤਾ ਨਾਨਕੀ ਜੀ ਨੂੰ ਕਹਿ ਰਹੇ ਸਨ ਵੀ ਅਸੀਂ ਇਹਨਾਂ ਦੇ ਮਨ ਦੀ ਸਾਰੀ ਵਿਥਿਆ ਨੂੰ ਜਾਣਦੇ ਹਾਂ, ਕੌਣ ਕਿੰਨਾ ਗੁਰੂ ਨਾਲ ਪ੍ਰੇਮ ਕਰਦਾ ਹੈ ਤੇ ਕਿਹਦੇ ਪਾਸ ਕਿੰਨਾ ਸਾਡਾ ਦੱਸਿਆ ਹੋਇਆ ਨੇਮ ਹੈ, ਉਹ ਸਭ ਸਾਨੂੰ ਮਾਲੂਮ ਹੈ ਜੀ। ਨਹਿ ਮਹਿਮਾ ਮਿਤ ਮੋਰ ਪਛਾਨੀ। ਲੇਕਿਨ ਇਹ ਜਿਤਨੇ ਵੀ ਸੇਵਕ ਸਿੱਖ ਹਨ, ਮਸੰਦ ਹਨ, ਇਹ ਸਾਡੀ ਮਹਿਮਾ ਨਹੀਂ ਜਾਣਦੇ। ਇਹਨਾਂ ਨੂੰ ਇਹ ਨਹੀਂ ਪਤਾ ਵੀ ਭਾਵੇਂ ਅਸੀਂ ਬਾਲ ਉਮਰ ਵਿੱਚ ਵਿਚਰ ਰਹੇ ਹਾਂ, ਪਰੰਤੂ ਅੰਤਰ ਜੋਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੀ ਜਗਦੀ ਹੈ। ਜੋ ਗੁਰੂ ਦੀ ਵਡਿਆਈ ਹੁੰਦੀ ਹੈ, ਗੁਰੂ ਦੀ ਮਹਿਮਾ ਹੁੰਦੀ ਹੈ, ਉਸ ਪੱਖ ਤੋਂ ਇਹ ਸਭ ਬੇਸਮਝ ਹਨ। ਮਾਦਰ ਦੇਸ ਗਮ ਨੈ ਹਮ ਜਬੈ। ਹਾਂ, ਜਿਸ ਵਕਤ ਅਸੀਂ ਇਸ ਸਥਾਨ ਤੋਂ ਚੱਲ ਕਰਕੇ ਮਦਰ ਦੇਸ਼, ਆਪਣੇ ਪੰਜਾਬ ਦੇਸ਼ ਵਾਪਸ ਜਾਵਾਂਗੇ, ਬਹੁ ਗੁਣ ਹੋ ਸਬਨ ਕੋ ਤਬੈ। ਬਹੁ ਗੁਣ ਹੋ, ਫਿਰ ਅਸੀਂ ਉੱਥੇ ਜਾ ਕਰਕੇ ਨਾ ਤੁਹਾਨੂੰ ਜ਼ਰੂਰ ਕੁਝ ਐਸਾ ਇਹ ਗੁਣ ਜਿਹੜਾ ਹੈ, ਜਿਵੇਂ ਪ੍ਰੇਮ ਵਾਲੀ ਜਿਹੜੀ ਖੇਡ ਹੈ, ਇਹਦੇ ਕੁਝ ਦੀਦਾਰ ਕਰਵਾਵਾਂਗੇ ਜੀ। ਇਹ ਸੰਗਤ ਨਿਤ ਦਰਸ਼ਨ ਚਾਹੈ। ਇਹ ਸੰਗਤ ਭਾਵ ਜਿਹੜੀ ਪਟਨਾਪੁਰ ਵਾਸੀ ਸੰਗਤ ਹੈ ਨਾ, ਇਹਨਾਂ ਦੀ ਇੰਨੀ ਇੱਛਾ ਤੇ ਜ਼ਰੂਰ ਹੈ ਵੀ ਹਰ ਵਕਤ ਗੁਰੂ ਦਾ ਦਰਸ਼ਨ ਹੁੰਦਾ ਰਹੇ, ਦਰਸ਼ਨ ਚਾਹੁੰਦੀ ਹੈ। ਬਦੈ ਪ੍ਰੇਮ ਕਬੋ ਮਿਲੈ ਉਮਾ ਹੈ। ਤੇ ਜੇਕਰ ਦਰਸ਼ਨਾਂ ਦੀ ਇੱਛਾ ਹੋਈ ਤੇ ਸੰਗਤ ਇਸ ਦੇਸ਼ ਤੋਂ ਚੱਲ ਕੇ ਉਹ ਦੂਰ ਦੇਸ਼ ਤੱਕ ਜਦੋਂ ਜਾਏਗੀ, ਫਿਰ ਸਾਡੇ ਦਰਸ਼ਨ ਹੋਣਗੇ। ਫਿਰ ਉਹ ਜਿਹੜੀ ਪ੍ਰੇਮ ਦੀ ਖੇਡ ਬਣੇਗੀ ਨਾ, ਉਹਦਾ ਸਵਾਦ ਕੁਝ ਵੱਖਰਾ ਹੋਵੇਗਾ, ਕਿਉਂਕਿ ਇਸ ਵਿਧ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਉਹ ਜਿਹੜੀ ਦੂਰ ਦੇਸ਼, ਜਿਵੇਂ ਆਪਾਂ ਵੀ ਕਈ ਵਾਰ ਮਹਾਰਾਜ ਜੀ ਕੇ ਪਵਿੱਤਰ ਸਥਾਨਾਂ ਤੇ ਦਰਸ਼ਨ ਕਰਨ ਦੇ ਲਈ ਜਾਂਦੇ ਹਾਂ, ਫਿਰ ਵੇਖਦੇ ਹਾਂ ਕਿ ਜਦੋਂ ਕਿਤੇ ਮਨੁੱਖ ਅਰਸਿਆਂ ਬਾਅਦ ਕਿਤੇ ਜਾ ਕਰਕੇ ਗੁਰੂ ਕੇ ਪਵਿੱਤਰ ਸਥਾਨ ਦੇ ਗੁਰੂ ਕੀ ਮੂਰਤ ਹਿਰਦੇ 'ਚ ਵਸਾ ਕੇ ਦਰਸ਼ਨ ਕਰੇ, ਫਿਰ ਇੱਕ ਵੱਖਰਾ ਆਨੰਦ ਹੁੰਦਾ ਹੈ, ਵੱਖਰਾ ਸਵਾਦ ਮਨੁੱਖ ਨੂੰ ਆਉਂਦਾ ਹੈ ਜੀ। ਇਸ ਬਿਦ ਤੇ ਇਨ ਕੋ ਹੋਏ ਆਛੇ। ਇਸ ਬਿਦ ਤੇ ਇਹ ਫਿਰ ਇਹਨਾਂ ਲਈ ਵੀ ਠੀਕ ਹੋਵੇਗਾ, ਕਿਉਂਕਿ ਹੁਣ ਤੇ ਅਸੀਂ ਇਸ ਸਥਾਨ ਤੇ ਵਸ ਰਹੇ ਹਾਂ ਤੇ ਸਾਨੂੰ ਬਾਲਕ ਜਾਣ ਕਰਕੇ ਹੀ ਮੰਨਦੇ ਹਨ। ਲੇਕਿਨ ਜੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮਦਰ ਦੇਸ਼, ਪੰਜਾਬ ਦੇਸ਼ ਨੂੰ ਮੁੜਦੇ ਹਾਂ, ਤੇ ਫਿਰ ਕਈ ਸਮਿਆਂ ਦੇ ਬਾਅਦ ਜਦੋਂ ਕਿਤੇ ਸੰਗਤਾਂ ਦਰਸ਼ਨ ਪਾਉਣਗੀਆਂ, ਤੇ ਫਿਰ ਉਹ ਇਹਨਾਂ ਲਈ ਵੀ ਚੰਗਾ ਹੋਵੇਗਾ। ਫਿਰ ਕੁਦਰਤੀ ਤੌਰ ਤੇ ਉਹੀ ਪ੍ਰੇਮੀ ਜਾਏਗਾ ਜਿਹਦੇ ਅੰਦਰ ਦਰਸ਼ਨਾਂ ਦੀ ਸਿੱਕ ਹੋਏਗੀ। ਸੋ ਇਸ ਵਿਧ ਇਹ ਜਿਹੜੇ ਦਰਸ਼ਨ ਫਿਰ ਜੇਕਰ ਕੋਈ ਕਰਦਾ ਹੈ, ਦੂਰ ਰਹਿ ਤੇ ਦਰਸ਼ਨ ਬਾਛੇ। ਜਿਹੜਾ ਮਨੁੱਖ ਦੂਰ ਰਹਿੰਦਾ ਹੈ ਤੇ ਫਿਰ ਉਹਨੂੰ ਕਦੀ ਕਦਾਈ ਦਰਸ਼ਨ ਹੁੰਦਾ ਹੈ। ਸੋ ਫਿਰ ਉਹ ਜਿਹੜਾ ਦਰਸ਼ਨ ਹੁੰਦਾ ਹੈ ਨਾ, ਉਹਦੇ ਵਿੱਚ ਇੱਕ ਪ੍ਰੇਮ ਹੁੰਦਾ ਹੈ, ਇੱਕ ਪਿਆਰ ਹੁੰਦਾ ਹੈ। ਤੇ ਜਦੋਂ ਕੋਈ ਏਦਾਂ ਦਰਸ਼ਨ ਕਰਨ ਜਾਵੇ ਤੇ ਫਿਰ ਉਹਦੀ ਜਿਹੜੀ ਬਾਤ ਹੈ ਉਹ ਕੁਝ ਵੱਖਰੀ ਹੁੰਦੀ ਹੈ। ਸੋ ਇਸ ਵਿਧ ਮਹਾਰਾਜ ਇਹ ਸਭ ਦੱਸ ਰਹੇ ਹਨ। ਆਪਰ ਸੁਨੋ ਤਿਸ ਦੇਸ ਮਜਾਰਾ। ਆਪਰ ਸੁਨੋ, ਹੋਰ ਬਾਤ, ਇਹਦੇ ਤੋਂ ਅਲੱਗਾ ਕੁਝ ਹੋਰ ਬਾਤ ਹੈ ਜਿਹੜੀ ਮਹਾਰਾਜ ਕਹਿਣ ਲੱਗੇ, ਉਸ ਦੇਸ਼ ਦੀ ਬਾਤ ਤੁਹਾਨੂੰ ਦੱਸਦੇ ਹਾਂ। ਕਰਨੇ ਬਹੁਰ ਕਾਰ ਵਿਵਹਾਰਾ। ਕਰਨੇ ਬਹੁਰ, ਹੋਰ ਵੀ ਬਹੁਤ ਸਾਰੇ ਕਾਰਜ ਹਨ, ਬਹੁਤ ਕਾਰ ਵਿਹਾਰ ਐਸੀ ਹੈ ਜਿਹੜੀ ਅਸੀਂ ਉਸ ਦੇਸ਼ ਵਿੱਚ ਜਾ ਕਰਕੇ ਕਰਨੀ ਹੈ। ਸੁਣ ਆਸੈ ਨਿਜ ਪ੍ਰੋਤਰੈ ਉਰ ਕੋ। ਤੇ ਜਿਸ ਵਿਧ ਫਿਰ ਦਾਦੀ ਮਾਤਾ ਨਾਨਕੀ ਜੀ ਆਪਣੇ ਪੋਤਰੇ ਦਾ ਇਹ ਜੋ ਆਸ਼ਾ ਭਾਵ ਉਹਨਾਂ ਦੇ ਅੰਦਰ ਦੀ ਜਿਹੜੀ ਵਿਥਿਆ ਹੈ, ਜਾਂ ਜੋ ਉਹ ਅੰਦਰ ਚਿਤਵ ਰਹੇ ਸਨ, ਜੋ ਅੰਦਰੂਨੀ ਪੱਧਰ ਤੇ ਬਖਸ਼ਿਸ਼ ਹੈ ਬਾਲਾ ਪ੍ਰੀਤਮ ਲਾਲ ਗੋਬਿੰਦ ਰਾਏ ਜੀ ਕੀ, ਜਿਸ ਵਕਤ ਮਾਤਾ ਨਾਨਕੀ ਜੀ ਉਹ ਸੁਣਦੇ ਹਨ, ਗਿਰਾ ਬਖਾਨੀ ਪੁਨ ਸ੍ਰੀ ਗੁਰ ਕੋ। ਫਿਰ ਆਪਣੇ ਪੁੱਤਰੇ ਲਾਲ ਗੋਬਿੰਦ ਰਾਏ ਜੀ ਹੋਰਾਂ ਨਾਲ ਉਸੇ ਤਰ੍ਹਾਂ ਹੀ ਬਾਤ ਕਰਦੇ ਹੋਏ ਇਉਂ ਵਾਪਸ ਜਵਾਬ ਦਿੰਦੇ ਹਨ। ਇਹਾ ਮਸੰਦ ਸੰਗਤਾ ਸਾਰੀ। ਇਹਾ ਮਸੰਦ ਭਾਵ ਇਹ ਦੇਖੋ ਕਿ ਇਸ ਸਥਾਨ ਤੇ ਵੀ ਬਹੁਤ ਸਾਰੀਆਂ ਸੰਗਤਾਂ ਹਨ ਤੇ ਬਹੁਤ ਸਾਰੇ ਜਿਹੜੇ ਮਸੰਦ ਹਨ ਉਹ ਇੱਥੇ ਸਾਡੇ ਪਾਸੇ ਭੇਟਾ ਲੈ ਕਰਕੇ ਆਉਂਦੇ ਹਨ। ਤੁਮਕੋ ਲਖੈ ਗੁਰੂ ਅਵਤਾਰੀ। ਤੁਮਕੋ ਲਖੈ ਗੁਰੂ ਅਵਤਾਰੀ ਭਾਵ ਜਿਤਨੀ ਸੰਗਤ ਤੇ ਜਿਤਨੇ ਮਸੰਦ ਇਸ ਸਥਾਨ ਪਰ ਆਉਂਦੇ ਹਨ, ਸਭ ਆਪ ਜੀਆਂ ਨੂੰ ਗੁਰੂ ਰੂਪ ਜਾਣ ਕਰਕੇ, ਗੁਰੂ ਕਾ ਸੁਪੁੱਤਰ
ਪੂਰਨ ਬਖਸ਼ਿਸ਼ ਦੇ ਮਾਲਕ ਜਾਣ ਕਰਕੇ ਹੀ ਨਤਮਸਤਕ ਹੁੰਦੇ ਹਨ। ਜਿਮ ਨਵ ਗੁਰ ਕੋ ਜਾਣਤ ਹੈ। ਜਿਵੇਂ ਆਪ ਜੀ ਕੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਨੌਵੇਂ ਸਤਿਗੁਰਾਂ ਨੂੰ ਸੰਗਤ ਮੰਨਦੀ ਹੈ, ਉਸੇ ਵਿਧ ਹੀ ਆਪ ਜੀਆਂ ਨੂੰ ਮੰਨਦੀ ਹੈ ਜੀ। ਤਿਮ ਨਿਸ਼ਚੈ ਤੁਮਰੇ ਮਹਿਲ ਹੈ। ਤੇ ਅਸੀਂ ਤੇ ਸਮਝਦੇ ਹਾਂ ਵੀ ਜਿਵੇਂ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੁਹਾਡੇ ਪਿਤਾ ਜੀਆਂ ਨੂੰ ਸੰਗਤ ਨਤਮਸਤਕ ਹੁੰਦੀ ਸੀ, ਨਮਸਕਾਰ ਕਰਦੀ ਸੀ, ਅਸੀਸਾਂ ਲੈਂਦੀ ਸੀ, ਸੋ ਉਸੇ ਤਰ੍ਹਾਂ ਹੀ ਉਹੀ ਨਿਸ਼ਚੇ ਅਨੁਸਾਰ ਹੁਣ ਵੀ ਸੰਗਤ ਆਪ ਜੀਓ ਕੇ ਚਰਨਾਂ ਅੰਦਰ ਉਸੇ ਪ੍ਰੇਮ ਅਨੁਸਾਰ ਹੀ ਨਤਮਸਤਕ ਹੁੰਦੀ ਹੈ। ਕਿਮ ਇਨ ਬਿਖੈ ਰੂਪੈ 200। ਕਿਮ ਤੇ ਲਾਲ ਗੋਬਿੰਦ ਰਾਏ ਜੀ ਜੋ ਕਿ ਵਾਰਤਾਲਾਪ ਕਰ ਰਹੇ ਨੇ, ਤੇ ਮਾਤਾ ਜੀ ਉਹਨਾਂ ਨੂੰ ਕਹਿਣ ਲੱਗੇ ਵੀ ਤੁਸੀਂ ਇਦਾਂ ਇਹ ਸੰਗਤ ਦੇ ਉੱਪਰ ਕੋਈ ਦੋਸ਼ ਨਹੀਂ ਲਾ ਸਕਦੇ। ਦੋਸ਼ ਤੋਂ ਭਾਵ ਵੀ ਜਿਵੇਂ ਲਾਲ ਜੀਆਂ ਨੇ ਕਿਹਾ ਨਾ, ਨੇਮ ਤੇ ਹੈ, ਪ੍ਰੇਮ ਨਹੀਂ ਦਿਸਦਾ, ਜਾਂ ਜੋ ਕੁਝ ਮੁਖ ਤੋਂ ਕਹਿੰਦੇ ਹਨ ਉਹ ਦਿਲ ਵਿੱਚ ਨਹੀਂ ਹੈ, ਤੇ ਜੋ ਕੁਝ ਦਿਲ ਵਿੱਚ ਹੈ ਉਹ ਮੁਖ ਤੋਂ ਬਿਆਨ ਨਹੀਂ ਕਰਦੇ। ਜਿਵੇਂ ਆਪਾਂ ਬਾਣੀ ਵਿੱਚ ਵੀ ਵਚਨ ਕੱਢਦੇ ਆ ਨਾ, ਪੜ੍ਹਦੇ ਆ, ਬਾਬਾ ਫਰੀਦ ਸਾਹਿਬ ਜੀਆਂ ਨੇ ਵੀ ਕਿਹਾ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਭਾਵੇਂ ਕਚਿਆਈ ਹੈ ਕਿ ਮਨ ਵਿੱਚ ਕੁਝ ਹੋਰ ਹੈ ਤੇ ਮੁਖ ਤੋਂ ਕੁਝ ਹੋਰ ਬੋਲਦੇ ਹਨ, ਤੇ ਮੁਖ ਤੋਂ ਕੁਝ ਹੋਰ ਕਹਿੰਦੇ ਹਨ ਤੇ ਮਨ ਅੰਦਰ ਕੋਈ ਹੋਰ ਵਿਚਾਰ ਚੱਲਦੀ ਹੈ। ਲਾਲ ਜੀ ਤੇ ਅੰਤਰਯਾਮੀ ਸਤਿਗੁਰੂ ਨੇ, ਉਹਨਾਂ ਨੇ ਤੇ ਸਾਰੀ ਬਾਤ ਬੁੱਝ ਲਈ, ਲੇਕਿਨ ਮਾਤਾ ਜੀਆਂ ਨੇ ਜਿਸ ਵਕਤ ਇਹ ਗੱਲ ਸੁਣੀ ਤੇ ਮਾਤਾ ਜੀ ਕਹਿਣ ਲੱਗੇ, ਬੇਟਾ ਇਦਾਂ ਨਹੀਂ ਕਹਿ ਸਕਦੇ ਆਪਾਂ, ਕਿਉਂਕਿ ਬੜੇ ਸਮੇਂ ਤੋਂ ਸੰਗਤ ਇੱਥੇ ਆਪਣੀ ਸੇਵਾ ਅੰਦਰ ਬੇਅੰਤ ਭਿਟਾਵਾਂ, ਬੇਅੰਤ ਪਦਾਰਥ ਬਹੁਤ ਸਾਰੇ ਇਹ ਸਭ ਸੰਗਤ ਇੰਤਜ਼ਾਮ ਕਰ ਰਹੀ ਹੈ, ਤੇ ਇਹ ਦੋਸ਼ ਬਣ ਜਾਏਗਾ ਜਦੋਂ ਕਿ ਸਭ ਕੋਈ ਸੇਵਾ ਕਰ ਰਿਹਾ, ਮਸੰਦ ਕਰ ਰਹੇ ਨੇ, ਗੁਰਮੁਖ ਕਰ ਰਹੇ ਨੇ, ਸੋ ਇਹ ਦੋਸ਼ ਬਣ ਜਾਏਗਾ। ਸੋ ਇਸ ਬਾਤ ਦਾ ਜਿਹੜਾ ਨਿਸਤਾਰਾ ਹੈ ਨਾ, ਉਹ ਲਾਲ ਗੋਬਿੰਦ ਰਾਏ ਜੀ ਹੁਣ ਪ੍ਰਤੱਖ ਰੂਪ ਵਿੱਚ ਕਰਦੇ ਹਨ। ਉਹ ਕਿਵੇਂ ਕਰਦੇ ਹਨ, ਅੱਗੇ ਵਿਸਥਾਰ ਹੈ ਜੀ। ਸਿੱਖ ਸੰਗਤ ਸਭ ਤੋਹੇ ਪਰੋਸੇ। ਸਿੱਖ ਸੰਗਤ, ਮਾਤਾ ਜੀ ਕਹਿਣ ਲੱਗੇ ਵੀ ਜਿਤਨੀ ਵੀ ਇੱਥੋਂ ਦੀ ਸੰਗਤ ਹੈ, ਜਿਤਨੇ ਵੀ ਸਿੱਖ ਹਨ, ਸਭ ਤੁਹਾਡੇ ਭਰੋਸੇ ਹਨ, ਕਿਉਂਕਿ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਤੇ ਹੁਕਮ ਦੇ ਕਰਕੇ ਵਾਪਸ ਪੰਜਾਬ ਦੇਸ਼ ਮੁੜ ਗਏ ਹਨ। ਹੁਣ ਸਾਰੀ ਸੰਗਤ ਨੂੰ ਕੇਵਲ ਤੇ ਕੇਵਲ ਆਪ ਜੀ ਕੇ ਚਰਨਾਂ ਦਾ ਆਸਰਾ ਹੈ ਜੀ। ਕਰੈ ਭਾਉ ਸਭ ਵਸਤੂ ਆਨੈ। ਤੇ ਮਾਤਾ ਜੀ ਕਹਿਣ ਲੱਗੇ, ਵੇਖੋ ਅਸੀਂ ਵੀ ਰੋਜ਼ ਵੇਖਦੇ ਹਾਂ ਗੁਰੂ ਕੇ ਘਰ ਅੰਦਰ ਪਿਆਰ ਕਰਕੇ, ਭਾਵਨਾ ਕਰਕੇ ਅਨੇਕਾਂ ਤਰ੍ਹਾਂ ਦੀਆਂ ਵਸਤੂਆਂ ਸੰਗਤ ਰੋਜ਼ ਲੈ ਕਰਕੇ ਆਉਂਦੀ ਹੈ। ਕਾਰਨ ਕਰਨ ਆਪ ਕੋ ਜਾਣੈ। ਕਾਰਨ ਕਰਨ ਤੇ ਇਹ ਵੀ ਆਪ ਜੀ ਕੀ ਕੋਈ ਬਖਸ਼ਿਸ਼ ਹੈ, ਗੁਰੂ ਕੀ ਕੋਈ ਮਿਹਰ ਹੈ, ਜੋ ਸੰਗਤ ਇਤਨੀਆਂ ਭੇਟਾਵਾਂ ਲੈ ਕਰਕੇ ਮਹਾਰਾਜ ਜੀ ਕੇ ਘਰ ਨਿਤਾ ਪ੍ਰਤ ਆਉਂਦੀ ਹੈ। ਨਾਤੇ ਇਨੂੰ ਪ੍ਰਤਿਆਗਿਆ ਲੀਜੈ। ਨਾਹੀਂ ਤੈਨੂੰ ਪ੍ਰਤਿਆਗਿਆ ਲੀਜੈ। ਮਾਤਾ ਜੀ ਕਹਿਣ ਲੱਗੇ, ਜੇ ਇਸ ਤੋਂ ਵੱਧ ਕੇ ਕੋਈ ਸ਼ੰਕਾ ਹੈ ਤੇ ਫਿਰ ਪਰਤਾ ਕੇ ਵੇਖ ਲੈਣਾ ਚਾਹੀਦਾ ਹੈ। ਭਾਵ ਇਦਾਂ ਜੇਕਰ ਕੋਈ ਐਸੀ ਬਾਤ ਹੈ ਤੇ ਉਹਦਾ ਪਰਤਾਵਾ ਕਰਨਾ ਚਾਹੀਦਾ ਹੈ ਜੀ। ਸਭ ਪਰ ਆਪਣੋ ਹੁਕਮ ਪਨੀਜੈ। ਤੇ ਤੁਹਾਡਾ ਹੁਕਮ ਵੈਸੇ ਵੀ ਸਾਰੀ ਸੰਗਤ ਮੰਨਦੀ ਹੈ, ਤੇ ਤੁਸੀਂ ਹੁਣ ਵੀ ਕੋਈ ਹੁਕਮ ਕਰਕੇ ਤੇ ਕੁਝ ਵੀ ਐਸਾ ਜਿਹੜਾ ਹੈ ਜਿੱਥੇ ਕਿਤੇ ਲੱਗਦਾ ਹੈ ਉਹ ਆਪ ਪ੍ਰਤੱਖ ਰੂਪ ਵਿੱਚ ਦੇਖ ਸਕਦੇ ਹੋ। ਹੋਏ ਅਨੁਸਾਰ ਕਰੈ ਸੋ ਕਾਰ। ਤੇ ਸਾਨੂੰ ਲੱਗਦਾ, ਮਾਤਾ ਜੀ ਕਹਿਣ ਲੱਗੇ, ਸਾਨੂੰ ਲੱਗਦਾ ਵੀ ਸੰਗਤ ਤੁਹਾਡੇ ਅਨੁਸਾਰ ਹੋ ਕੇ ਹੀ ਉਹ ਕਾਰਜ ਕਰੇਗੀ। ਜੋ ਵੀ ਆਪ ਹੁਕਮ ਕਰੋਗੇ ਨਾ ਲਾਲ ਗੋਬਿੰਦ ਰਾਏ ਜੀ, ਸੰਗਤ ਉਹ ਹੀ ਕਰੇਗੀ। ਸੋ ਹੋਏ ਅਨੁਸਾਰ ਸੰਗਤ ਆਪ ਜੀ ਕੇ ਅਨੁਸਾਰ ਹੀ ਹੈ। ਤੋ ਜਾਨੋ ਇਨ ਸੁਧ ਵਿਵਹਾਰ। ਤੇ ਜੇਕਰ ਸੰਗਤ ਆਪ ਜੀ ਦਾ ਹੁਕਮ ਮੰਨ ਕੇ ਆਪ ਜੀ ਕੇ ਅਨੁਸਾਰ ਹੋ ਕੇ ਉਸ ਕਾਰਜ ਨੂੰ ਪੂਰੀਆਂ ਕਰ ਦਿੰਦੀ ਹੈ, ਫਿਰ ਅਸੀਂ ਮੰਨਾਂਗੇ ਵੀ ਸੰਗਤ ਆਪ ਜੀ ਕੇ ਅਨੁਸਾਰ ਹੀ ਹੈ। ਫਿਰ ਇਦਾਂ ਸ਼ੰਕਾ ਕਰਨਾ, ਇਦਾਂ ਇੱਕ ਕਹਿ ਦੇਣਾ ਵੀ ਸੰਗਤ ਮੁਖ ਤੋਂ ਹੋਰ, ਮਨ ਤੋਂ ਹੋਰ, ਸੋ ਇਹ ਸਾਡੇ ਲਈ ਫਿਰ ਉਚਿਤ ਨਹੀਂ ਹੈ। ਫੇਰੈ ਹੁਕਮ ਤਫਾਫਤ ਕਰੈ। ਹਾਂ, ਜੇਕਰ ਆਪ ਜੀ ਕੋਈ ਹੁਕਮ ਦਿੰਦੇ ਹੋ ਤੇ ਸੰਗਤ ਉਹਦੇ ਵਿੱਚ ਉਸ ਆਪ ਜੀ ਕੇ ਹੁਕਮ ਅਨੁਸਾਰ ਕੋਈ ਕੰਮ ਨਹੀਂ ਕਰਦੀ, ਉਹ ਪੂਰਾ ਨਹੀਂ ਹੁੰਦਾ। ਫਿਰ ਇਹ ਹੁਕਮ ਤਫਾਫਤ ਕਰੇ, ਭਾਵ ਫਿਰ ਉਹਦੇ ਵਿੱਚ ਆਪਣੀ ਮਨਮਰਜ਼ੀ ਕੋਈ ਹੁੰਦੀ ਹੈ, ਤੇ ਫਿਰ ਅਸੀਂ ਮੰਨਾਂਗੇ ਵੀ ਸੱਚਮੁੱਚ ਜੋ ਤੁਸੀਂ ਕਹਿ ਰਹੇ ਹੋ ਉਹ ਠੀਕ ਹੈ ਜੀ। ਕਿੱਦੂ ਕਪਟ ਕੋ ਉਰਮੈ ਧਰੈ। ਫਿਰ ਆਪੇ ਸਪਸ਼ਟ ਹੋ ਜਾਏਗਾ, ਕਿਉਂਕਿ ਜੋ ਤੁਸੀਂ ਕਹੋਗੇ ਸੰਗਤ ਕਰੇਗੀ ਨਹੀਂ, ਤੇ ਜੇ ਨਹੀਂ ਕਰੇਗੀ ਤੇ ਸਪਸ਼ਟ ਹੈ ਵੀ ਆਪ ਜੀ ਦਾ ਹੁਕਮ ਸੰਗਤ ਨਹੀਂ ਮੰਨ ਰਹੀ ਹੈ, ਸਿੱਖ ਨਹੀਂ ਮੰਨ ਰਹੇ ਹਨ। ਫਿਰ ਅਸੀਂ ਮੰਨਾਂਗੇ ਵੀ ਇਹ ਕਪਟ ਬਿਰਤੀ ਹੈ, ਪਰੰਤੂ ਅਜੇ ਨਹੀਂ। ਸੋ ਇਸ ਵੇਲੇ ਵਿਚਾਰ ਚੱਲੀ ਹੈ ਲਾਲ ਗੋਬਿੰਦ ਰਾਏ ਜੀ ਤੇ ਮਾਤਾ ਨਾਨਕੀ ਜੀ ਦੇ ਆਪਸ ਵਿੱਚ, ਤੇ ਇਸ ਬਾਤ ਨੂੰ ਸਪਸ਼ਟ ਕਰਨ ਦੇ ਲਈ ਹੁਣ ਲਾਲ ਗੋਬਿੰਦ ਰਾਏ ਜੀਆਂ ਨੇ ਆਪਣੇ ਮੁਖ ਤੋਂ ਕੁਝ ਹੁਕਮ ਦਿੱਤੇ ਨੇ।
ਤੇ ਉਹ ਇਸ ਕਰਕੇ ਨੇ ਵੀ ਇਹ ਜਿਹੜੀ ਬਾਤ ਚੱਲੀ ਹੈ ਇਹਨੂੰ ਸਪਸ਼ਟ ਕੀਤਾ ਜਾਏ, ਜੋ ਕੁਝ ਹੈ ਉਹ ਪ੍ਰਤੱਖ ਰੂਪ ਵਿੱਚ ਹੁਣ ਸਭ ਦੇ ਸਨਮੁਖ ਵਿਖਾਇਆ ਜਾਏ ਜੀ। ਮੁਖ ਪਰ ਕਿਮ ਪਾਛੈ ਕਿਮ ਹੋਏ। ਤੇ ਮਾਤਾ ਨਾਨਕੀ ਜੀ ਕਹਿਣ ਲੱਗੇ ਵੀ ਇਦਾਂ ਨਹੀਂ, ਅਸੀਂ ਮੰਨਦੇ ਨਹੀਂ, ਸੰਭਵ ਨਹੀਂ ਹੋ ਸਕਦਾ ਵੀ ਮੁਖ ਤੇ ਕੁਝ ਹੋਰ ਤੇ ਪਿੱਛੇ ਚਿੱਤ ਵਿੱਚ ਕੁਝ ਹੋਰ ਹੋਵੇ। ਇਸ ਪ੍ਰਕਾਰ ਕੋ ਦੇਖੋ ਕੋਏ। ਹਾਂ, ਅਗਰ ਤੁਹਾਨੂੰ ਲੱਗਦਾ ਹੈ ਵੀ ਕੋਈ ਐਸਾ ਹੈ ਸੰਗਤ ਵਿੱਚ, ਕੋਈ ਮਸੰਦ ਐਸਾ ਹੈ, ਕੋਈ ਸਿੱਖ ਸੇਵਕ ਐਸਾ ਹੈ, ਤੇ ਆਪਾਂ ਨੂੰ ਫਿਰ ਉਹਨੂੰ ਅਜ਼ਮਾ ਕੇ ਪਰਖ ਕੇ ਵੇਖ ਲੈਣਾ ਚਾਹੀਦਾ ਹੈ। ਤੋ ਪੂਰਬ ਕੀ ਸੰਗਤ ਦੋਸ। ਲੇਕਿਨ ਇੱਕ ਆਧ ਜਾਂ ਦੋ ਚਾਰ ਦੇ ਲਈ ਐਸਾ ਦੋਸ਼ ਨਹੀਂ ਲਾਇਆ ਜਾਣਾ ਚਾਹੀਦਾ ਵੀ ਸਾਰੀ ਸੰਗਤ ਦੇ ਉੱਪਰ ਹੀ ਇਹ ਦੋਸ਼ ਹੈ। ਕਹੀਏ ਆਪ ਤਾਰ ਕੁਛ ਰੋਸ। ਬਾਕੀ ਤੁਸੀਂ ਪਤਾ ਨਹੀਂ ਕਿਸ ਰੋਸ ਅੰਦਰ, ਕਿਸ ਮੌਜ ਵਿੱਚ ਇਹ ਬਾਤ ਕਹਿ ਰਹੇ ਹੋ, ਇਹਦਾ ਸਾਨੂੰ ਇਲਮ ਨਹੀਂ ਹੈ, ਕਿਉਂਕਿ ਪੂਰਨ ਅੰਤਰਯਾਮੀ ਨੇ ਸਤਿਗੁਰੂ। ਸੋ ਇਸ ਵਿਦ ਮਾਤਾ ਜੀਆਂ ਨੇ ਇਹ ਬਾਤ ਕਹੀ ਹੈ ਵੀ ਪਰਖ ਕੇ ਵੇਖਣਾ ਚਾਹੀਦਾ ਹੈ। ਸੁਨ ਸ੍ਰੀ ਸਤਿਗੁਰ ਜੀ ਮੁਸਕਾਨੇ। ਜਿਸ ਵਿਦ ਮਾਤਾ ਜੀਆਂ ਨੇ ਬਾਤ ਕਹੀ, ਲਾਲ ਗੋਬਿੰਦ ਰਾਏ ਜੀ ਫਿਰ ਮਹਾਰਾਜ ਆਪ ਮਾਤਾ ਜੀ ਕੇ ਬਚਨ ਸੁਣਦੇ ਹਨ, ਫਿਰ ਥੋੜਾ ਜਿਹਾ ਮੁਸਕਰਾਉਂਦੇ ਹਨ। ਚਹਿਤ ਦਿਖਾਇਓ ਜਿਮ ਛਲ ਠਾਨੇ। ਤੇ ਮਹਾਰਾਜ ਤੇ ਪਹਿਲਾਂ ਹੀ ਚਾਹੁੰਦੇ ਸਨ ਵੀ ਜੋ ਜਿੱਦਾਂ ਚੱਲ ਰਿਹਾ ਹੈ ਇੱਕ ਵਾਰ ਇਹਨੂੰ ਪ੍ਰਤੱਖ ਰੂਪ ਵਿੱਚ ਕਰਕੇ ਵਿਖਾਇਆ ਜਾਵੇ। ਸੋ ਫਿਰ ਮਹਾਰਾਜ ਹੁਣ ਅੰਤਰਾਤਮੇ ਤੋਂ ਇਸ ਬਾਤ ਵਿੱਚ ਰਾਜੀ ਨੇ, ਕਿਉਂਕਿ ਮਾਤਾ ਜੀ ਵੱਲੋਂ ਹੁਕਮ ਮਿਲ ਚੁੱਕਾ ਹੈ, ਤੇ ਉਹ ਹੁਣ ਇਹ ਸਭ ਕੁਝ ਪ੍ਰਤੱਖ ਕਰਕੇ ਸਭ ਦੇ ਸਨਮੁਖ ਦਿਖਾਉਣਗੇ ਜੀ। ਨਿਕਟ ਲਿਖਾਰੀ ਤਬੈ ਹਕਾਰਾ। ਫਿਰ ਇਸ ਤੋਂ ਅੱਗੇ ਹੁਣ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਹੋਰਾਂ ਨੇ ਕੌਤਕ ਵਰਤਾਇਆ ਹੈ, ਆਪ ਬਖਸ਼ਿਸ਼ ਕੀਤੀ ਹੈ। ਹੁਣ ਇਹ ਕੌਤਕ ਕਿਵੇਂ ਵਰਤਾ ਰਹੇ ਨੇ, ਉਹ ਅੱਗੇ ਸਾਰਾ ਹਵਾਲਾ ਹੈ ਇੱਕ ਸਾਖੀ ਦਾ। ਸੋ ਉਸੇ ਵਕਤ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਹੋਰਾਂ ਨੇ ਆਪਣੇ ਪਾਸ ਇੱਕ ਲਿਖਾਰੀ ਜਿਹੜਾ ਹੈ ਉਸ ਨੂੰ ਬੁਲਾਇਆ ਹੈ ਜੀ। ਸੁਨਤ ਸਬਨ ਕੇ ਗੁਰੂ ਉਚਾਰਾ। ਮਹਾਰਾਜ ਜੀ ਉੱਚੀ ਆਵਾਜ਼ ਵਿੱਚ ਬੋਲ ਕਰਕੇ ਉਸ ਨੂੰ ਕਹਿੰਦੇ ਹਨ, ਤੇ ਜੋ ਕੁਝ ਕਹਿ ਰਹੇ ਹਨ ਉਹ ਜਿਤਨੇ ਵੀ ਪਾਸ ਖੜੇ ਹਨ ਉਹਨਾਂ ਸਾਰਿਆਂ ਨੇ ਸੁਣਿਆ ਹੈ ਜੀ। ਲਿਖੋ ਹੁਕਮਨਾਮਾ ਪਠ ਪਾਸ। ਤੇ ਉਹ ਕਹਿ ਦਿੱਤਾ ਲਿਖਾਰੀ ਨੂੰ ਵੀ ਇੱਕ ਸਾਡਾ ਹੁਕਮਨਾਮਾ ਲਿਖੋ, ਜੋ ਅਸੀਂ ਕਹਿ ਰਹੇ ਹਾਂ, ਜਿਸ ਵਿਦ ਕਹਿ ਰਹੇ ਹਾਂ, ਉਹ ਇੱਕ ਚਿੱਠੀ ਦੇ ਅੰਦਰ, ਪੱਤਰਕਾ ਦੇ ਅੰਦਰ ਸਾਡਾ ਹੁਕਮਨਾਮਾ ਲਿਖਿਆ ਜਾਏ। ਵੱਡਾ ਮਸੰਦ ਬੁਲਾਕੀ ਦਾਸ। ਤੇ ਉਹ ਜਿਹੜਾ ਹੁਕਮਨਾਮਾ ਉਹ ਲਿਖੋ ਇੱਥੋਂ ਦੇ ਵੱਡੇ ਮਸੰਦ ਬੁਲਾਕੀ ਦਾਸ ਦਾ। ਬੁਲਾਕੀ ਦਾਸ ਢਾਕੇ ਦਾ ਮਸੰਦ ਹੈ ਤੇ ਬਹੁਤ ਵੱਡਾ ਮਸੰਦ ਹੈ, ਬਹੁਤ ਵੱਡਾ ਇਲਾਕਾ, ਜਿਹਦੀ ਕਾਰਪੇਟਾ ਉਗਰਾ ਕੇ ਤੇ ਸਮੇਂ ਅਨੁਸਾਰ ਮਹਾਰਾਜ ਜੀ ਕੇ ਘਰ ਹਾਜ਼ਰ ਕਰਿਆ ਕਰਦਾ ਸੀ। ਵੈਸੇ ਪਿਛਲੇ ਸਮੇਂ 'ਚ ਇਸ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਤੋਂ ਅਸੀਸ ਵੀ ਲਈ ਸੀ, ਪਰੰਤੂ ਇੱਥੇ ਜੇ ਸਾਖੀ ਦਾ ਜ਼ਿਕਰ ਆਵੇਗਾ ਨਾ ਅੱਗੇ, ਜਿਹੜਾ ਹੁਣ ਅਸੀਂ ਵਿਚਾਰਾਂਗੇ, ਇੱਥੋਂ ਇਹ ਸਿੱਧ ਹੁੰਦਾ ਹੈ ਵੀ ਮਾਇਆ ਦਾ ਪ੍ਰਭਾਵ ਵੀ ਐਸਾ ਹੈ, ਕੋਈ ਜ਼ਰੂਰੀ ਨਹੀਂ ਵੀ ਜੇ ਕਿਸੇ ਅਸੀਸ ਲਈਏ ਤੇ ਪਰਤ ਕੇ ਫਿਰ ਉਹ ਮਾਇਆ ਤੇ ਹੱਥੋਂ ਵਿਕ ਨਹੀਂ ਸਕਦਾ ਜਾਂ ਡੋਲ ਨਹੀਂ ਸਕਦਾ। ਸੋ ਇਸ ਵੇਲੇ ਇਹ ਹੁਕਮਨਾਮਾ ਇੱਕ ਲਿਖਿਆ ਜਾ ਰਿਹਾ ਵੱਡੇ ਮਸੰਦ ਬੁਲਾਕੀ ਦਾਸ ਦੇ ਨਾਮ ਜੀ। ਢਾਕੇ ਕੀ ਸੰਗਤ ਗਨਸਾਰੀ। ਕਿਉਂਕਿ ਢਾਕੇ ਦੇਸ਼ ਦੀ ਸਾਰੀ ਸੰਗਤ ਬੁਲਾਕੀ ਦਾਸ ਦੇ ਅਨੁਸਾਰੀ ਹੈ ਜੀ। ਸਭ ਤੇ ਲੇਤ ਦਰਬ ਕੋ ਭਾਰੀ। ਤੇ ਜਿਹੜੇ ਬੁਲਾਕੀ ਦਾਸ ਜੀ ਹਨ, ਗੁਰੂ ਕੇ ਦਸਵੰਧ ਦੀ ਮਾਇਆ ਨਿਮਿਤ ਸਾਰੀ ਸੰਗਤ ਪਾਸੋਂ ਬਹੁਤ ਵੱਡੀ ਗਿਣਤੀ ਵਿੱਚ ਗੁਰੂ ਘਰ ਹਿੱਤ ਜਿਹੜਾ ਧਨ ਹੈ ਉਹ ਇਕੱਤਰ ਕਰਦੇ ਹਨ। ਏਕ ਮੁਹਾਫਾ ਸੁਠ ਬਨਵਾਵੋ। ਇੱਕ ਮੁਹਾਫਾ ਦੇ ਭਾਵ ਅਰਥ ਹੁੰਦੇ ਨੇ ਇੱਕ ਸੋਹਣੀ ਪਾਲਕੀ। ਮਹਾਰਾਜ ਜੀ ਨੇ ਲਿਖ ਦਿੱਤਾ ਉਸ ਹੁਕਮ ਵਿੱਚ ਵੀ ਸਾਨੂੰ ਇੱਕ ਪਾਲਕੀ ਦੀ ਲੋੜ ਹੈ ਜੋ ਕਿ ਬਣਵਾਉਣੀ ਹੈ। ਚਿਤ ਚਤ ਰਚ ਗੰਧ ਦਤ ਲਗਾਵੋ। ਤੇ ਇੰਨੇ ਸੁੰਦਰ ਤਰੀਕੇ ਦੇ ਨਾਲ ਚਿੱਤਰਣ ਉਹਦੇ ਉੱਪਰ ਸੋਹਣੇ, ਜਿਵੇਂ ਸੁੰਦਰ ਤਰੀਕੇ ਦੇ ਨਾਲ ਉੱਪਰ ਚਿੱਤਰਣ ਕੀਤਾ ਹੋਵੇ, ਤੇ ਬਹੁਤ ਕੀਮਤੀ ਜਿਹੜੇ ਧਾਤ ਹੈ ਉਸ ਦੀ ਉਹ ਤਿਆਰ ਕਰਵਾਉਣੀ ਹੈ। ਹੇਮ ਸਾਤ ਸੈ ਤੋਲਾ ਤੋਲ। ਤੇ ਜਿਹੜੀ ਪਾਲਕੀ ਬਣੇਗੀ ਉਹਦੇ ਉੱਪਰ ਇੱਕ ਸੋਨੇ ਦਾ, ਇਉਂ ਕਹਿ ਲਈਏ ਵੀ ਕਾਰਜ ਕਰਨਾ ਹੈ, ਕੋਈ 700 ਤੋਲੇ ਦੇ ਕਰੀਬ ਜਿਹੜਾ ਹੈ ਸੋਨੇ ਦਾ, ਉਹਦੇ ਉੱਪਰ ਪੂਰੇ ਦਾ ਪੂਰਾ ਸੋਨੇ ਦੇ ਨਾਲ ਉਸ ਨੂੰ ਢੱਕਣਾ ਹੈ, ਜਾਂ ਉਹ ਕਹਿ ਲਈਏ ਉਹਦੇ ਉੱਪਰ ਸੋਨਾ ਲਾ ਕਰਕੇ ਤੇ ਉਸ ਨੂੰ ਇਸ ਵਿਧ ਸੋਹਣਾ ਤਿਆਰ ਕਰਨਾ ਹੈ। ਲੱਗੈ ਸਕਲ ਜੋ ਹੋਏ ਵੱਡ ਮੋਲਾ। ਤੇ ਉਹ ਧਾਤ ਲਾਉਣੀ ਹੈ ਸੋਨੇ ਦੀ, ਬਹੁਤ ਕੀਮਤੀ ਬੇਸ਼ਮੁੱਲਾ ਸ਼ੁੱਧ ਸੋਨਾ ਜਿਹੜਾ ਹੈ, ਕਿਉਂਕਿ ਸੰਗਤ ਨੇ ਮਾਇਆ ਦੇਣੀ ਹੈ ਗੁਰਮੁਖੋ ਗੁਰੂ ਕੇ ਨਿਮਿਤ, ਤੇ ਇੱਥੇ ਕੋਈ ਕਮੀ ਥੋੜਾ।
ਹਾਂ, ਜਦੋਂ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ ਤੇ ਉਹ ਸਭ ਹੋ ਜਾਏਗਾ, ਤੇ ਉਹ ਜਿਹੜਾ ਇਸ ਵੇਲੇ ਤਿਆਰ ਕਰਕੇ ਤੇ ਉਹ ਸਾਡੇ ਪਾਸ ਭੇਜਣਾ ਹੈ ਜੀ। ਸੁਨ ਸਤਿਗੁਰ ਕੇ ਲਿਖਿਓ ਲਿਖਾਰੀ। ਮਹਾਰਾਜ ਜੀ ਦਾ ਹੁਕਮ ਪਾ ਕਰਕੇ ਜਿਹੜਾ ਲਿਖਾਰੀ ਹੁਕਮਨਾਮਾ ਲਿਖ ਰਿਹਾ ਸੀ, ਉਸਨੇ ਬਾਤ ਇਨ ਬਿਨ ਲਿਖ ਦਿੱਤੀ ਹੈ। ਕਰ ਇਕੱਤਰ ਸਿੱਖ ਲੈ ਕਰ ਧਾਰੀ। ਕਰ ਇਕੱਤਰ ਮਹਾਰਾਜ ਜੀ ਨੇ ਫਿਰ ਉਹ ਹੁਕਮਨਾਮਾ ਇਕੱਠਾ ਕੀਤਾ ਤੇ ਫਿਰ ਇੱਕ ਸਿੱਖ ਦੇ ਹੱਥ ਤੇ ਰੱਖ ਦਿੱਤਾ ਹੈ। ਬੰਧਨ ਕਰ ਢਾਕੇ ਕੋ ਗਇਓ। ਮਹਾਰਾਜ ਜੀ ਨੂੰ ਨਮਸਕਾਰ ਕਰਕੇ ਮਹਾਰਾਜ ਦਾ ਹੁਕਮ ਪਾ ਕਰਕੇ ਉਹ ਜਿਹੜਾ ਸਿੱਖ ਹੈ ਉਹ ਫਿਰ ਢਾਕੇ ਭਾਈ ਬੁਲਾਕੀ ਦਾਸ ਜੀਆਂ ਦੇ ਪਾਸ ਜਾਂਦਾ ਹੈ। ਗੁਰ ਕੋ ਹੁਕਮ ਮਸੰਦੈ ਦਇਓ। ਤੇ ਜੋ ਗੁਰੂ ਹੁਕਮ ਹੈ, ਧੰਨ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਹੋਰਾਂ ਨੇ ਜਿਹੜਾ ਹੁਕਮ ਲਿਖ ਕੇ ਭੇਜਿਆ ਹੈ, ਉਹ ਉਸ ਮਸੰਦ ਦੇ ਹੱਥ ਤੇ ਜਾ ਕਰਕੇ ਰੱਖ ਦਿੱਤਾ ਹੈ। ਲੈ ਤਿਸਨੇ ਤਤਕਾਲ ਹਕਾਰੇ। ਜਿਸ ਵਕਤ ਬੁਲਾਕੀ ਦਾਸ ਜੀ ਹੋਰਾਂ ਨੇ ਉਹ ਹੁਕਮ ਪੜਿਆ ਤੇ ਫਿਰ ਉਸਨੇ ਸਾਰੀ ਸੰਗਤ ਦੇ ਵਿੱਚ ਜਲਦੀ ਹੀ ਹੋਕਾ ਦੇ ਦਿੱਤਾ ਹੈ। ਦਿਓ ਦਰਬ ਸੁਠ ਕਰੋ ਉਚਾਰੇ। ਤੇ ਕਿ ਭਾਈ ਸਤਿਗੁਰੂ ਜੀ ਕੇ ਹੁਕਮ ਆਏ ਹਨ, ਮਹਾਰਾਜ ਜੀ ਨੇ ਸਾਡੇ ਪਾਸ ਤੋਂ ਇਸ ਵਸਤ ਦੀ ਇੱਛਾ ਕੀਤੀ ਹੈ, ਪਾਲਕੀ ਦੀ ਇੱਛਾ ਕੀਤੀ ਹੈ। ਤੇ ਸਾਰੇ ਇਲਾਕੇ ਦੀ ਸੰਗਤ ਵੱਧ ਤੋਂ ਵੱਧ ਧਨ ਪਦਾਰਥ ਸੋਨਾ ਆਦਿਕ ਆਦਿਕ ਜੋ ਵੀ ਕੋਈ ਦੇ ਸਕਦਾ, ਵੱਧ ਤੋਂ ਵੱਧ ਮਹਾਰਾਜ ਜੀ ਨੇ ਜੇ ਆਪ ਹੁਕਮ ਕੀਤੇ ਨੇ ਤੇ ਅਸੀਂ ਇਹ ਸਭ ਕੁਝ ਦੇਣਾ। ਤੇ ਜਿਤਨਾ ਵੀ ਹੋ ਸਕੇ ਦਸਵੰਧ ਦੀ ਮਾਇਆ ਜਾਂ ਜੇ ਕੋਈ ਉਸ ਤੋਂ ਵੱਧ ਕੇ ਦੇ ਸਕਦਾ ਹੈ ਤੇ ਵੱਡੀ ਗਿਣਤੀ ਅੰਦਰ ਇਹ ਜਿਹੜੀ ਭੇਟ ਹੈ ਮਹਾਰਾਜ ਕੇ ਨਿਮਿਤ ਦਿੱਤੀ ਜਾਏ। ਬਹੁਤੇ ਕਾਰੀਗਰ ਲਗਵਾਏ। ਤੇ ਫਿਰ ਬੁਲਾਕੀ ਦਾਸ ਨੇ ਹੁਕਮ ਪਾ ਕਰਕੇ ਨਾ ਉਹ ਸ਼ੈ ਤਿਆਰ ਕਰਵਾਉਣੀ ਆਰੰਭ ਕਰ ਦਿੱਤੀ। ਵਿਸ਼ੇਸ਼ ਕਾਰੀਗਰ ਸੱਦੇ ਗਏ ਜਿਹੜੇ ਪਹਿਲਾਂ ਪਾਲਕੀ ਬਣਾਉਂਦੇ ਹਨ ਲੱਕੜ ਦੀ, ਉਹਦੇ ਉੱਪਰ ਫਿਰ ਸੋਨੇ ਦਾ ਵਿਸ਼ੇਸ਼ ਕਾਰਜ ਕੀਤਾ ਜਾਏਗਾ। ਕੰਚਨ ਕਾਂਟਾ ਘੜੀ ਕਢਾਏ। ਕੰਚਨ ਕਾਟਾ ਬਹੁਤ ਸੁੰਦਰ ਤਰੀਕੇ ਦੇ ਨਾਲ ਇੱਕ ਸੋਨੇ ਦੀ ਜਿਹੜੀ ਪਾਲਕੀ ਹੈ, ਮੁਹਾਫਾ ਜਿਸ ਨੂੰ ਕਿਹਾ ਗਿਆ ਹੈ, ਉਹ ਜਿਹੜੀ ਹੈ ਘੜ ਕੇ ਤਿਆਰ ਕੀਤੀ ਗਈ ਹੈ। ਥੋਰਨ ਦਿਨ ਮੈਂ ਭਇਓ ਤਿਆਰਾ। ਥੋੜੇ ਕੁ ਦਿਨ ਲੱਗੇ, ਜਿੰਨੇ ਕਾਰੀਗਰ ਲੱਗੇ ਸਨ ਉਹਨਾਂ ਨੇ ਬੜੇ ਤਰੀਕੇ ਨਾਲ ਉਸ ਨੂੰ ਤਿਆਰ ਕਰ ਦਿੱਤਾ ਹੈ। ਸਰਬ ਰੀਤ ਤੇ ਨੀਕ ਸੁਧਾਰਾ। ਸਰਬ ਰੀਤ ਤੇ ਭਾਵ ਵੇਖਿਆ ਵੀ ਜਿੱਥੇ ਜਿੱਥੇ ਜਿਵੇਂ ਮਹਾਰਾਜ ਕੀ ਮੌਜ ਹੈ ਕਿ ਜਿਵੇਂ ਉਹ ਜਿਹੜੀ ਸ਼ੈ ਤਿਆਰ ਕਰ ਰਹੇ ਹੁਣ ਮਹਾਰਾਜ ਜੀਆਂ ਦੇ ਮਨ ਨੂੰ ਭਾ ਜਾਏ, ਸੋਹਣੀ ਅਤ ਸੁੰਦਰ ਅਤੀ ਸੁੰਦਰ ਲੱਗੇ। ਇਸ ਵੇਲੇ ਉਹਨੂੰ ਵਾਰ-ਵਾਰ ਵੇਖ ਕੇ ਤੇ ਜਿੱਥੇ ਕੋਈ ਕਮੀ ਪੇਸ਼ੀ ਲੱਗਦੀ ਉਹਨੂੰ ਫਿਰ ਸਵਾਰਦੇ ਹਨ। ਸੋ ਇਸ ਵਿਧਨਾ ਕਾਰੀਗਰਾਂ ਨੇ ਮਿਲ ਕੇ ਇਹ ਪਾਲਕੀ ਤਿਆਰ ਕੀਤੀ ਜੋ ਕਿ ਭਾਈ ਬੁਲਾਕੀ ਦਾਸ ਜੀ ਕਰਵਾ ਰਹੇ ਹਨ। ਸਰਬ ਰੀਤ ਤੇ ਨੀਕ ਸੁਧਾਰਾ। ਸੋਹਣੇ ਤਰੀਕੇ ਦੇ ਨਾਲ ਉਸ ਨੂੰ ਤਿਆਰ ਕੀਤਾ ਜਾਂਦਾ ਹੈ। ਟਾਕੇ ਤੇ ਤਿੰਨ ਦੀਨ ਪਠਾਈ। ਫਿਰ ਜਿਸ ਵੇ ਤਿਆਰ ਹੋ ਗਈ ਤੇ ਭਾਈ ਬੁਲਾਕੀ ਦਾਸ ਜੀ ਨੇ ਆਪਣੇ ਸੇਵਕਾਂ ਨੂੰ ਭੇਜ ਕੇ ਤੇ ਢਾਕੇ ਦੀ ਧਰਤੀ ਤੋਂ ਮਹਾਰਾਜ ਜੀ ਕੇ ਘਰ ਪਟਨਾ ਸਾਹਿਬ ਵੱਲ ਭੇਜ ਦਿੱਤੀ ਹੈ। ਪੁਰ ਪਟਨੇ ਮੈਂ ਪਹੁੰਚਿਓ ਆਈ। ਤੇ ਉਹ ਲੈ ਕਰਕੇ ਮਹਾਰਾਜ ਕੇ ਘਰ ਪਟਨੇਪੁਰ ਜਿਹੜੇ ਸੇਵਕ ਆਏ ਹਨ ਮਹਾਰਾਜ ਜੀ ਕੇ ਗ੍ਰਹਿ ਵਿਖੇ ਪਹੁੰਚ ਗਏ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਅਗਾਰੀ। ਤੇ ਅੱਗੇ ਮਹਾਰਾਜ ਆਪਣੇ ਘਰ ਅੰਦਰ ਵਿਚਰ ਰਹੇ ਸਨ, ਭਾਵੇਂ ਕਿ ਉਮਰ ਛੋਟੀ ਹੈ ਲੇਕਿਨ ਬਖਸ਼ਿਸ਼ ਪੂਰਨ ਹੈ। ਸੋ ਮਹਾਰਾਜ ਜੀ ਅੱਗੇ ਵਿਚਰ ਰਹੇ ਸਨ। ਜੋ ਸੇਵਕ ਲੈ ਕਰਕੇ ਆਏ ਪ੍ਰਥਮ ਬੰਦਨ ਕਰਦੇ ਹਨ। ਤਰ ਕਰ ਤਿਸਕੀ ਬਿਨੈ ਉਚਾਰੀ। ਤੇ ਫਿਰ ਜਿਹੜੀ ਵਸਤੂ ਲੈ ਕਰਕੇ ਆਏ ਹਨ ਮਹਾਰਾਜ ਜੀ ਕੇ ਸਨਮੁਖ ਹਾਜ਼ਰ ਕੀਤੀ, ਫਿਰ ਬੇਨਤੀ ਕੀਤੀ ਹੈ। ਤਿਨਕੇ ਸੁਨਤ ਪਣਿਓ ਪਾ ਸੁੰਦਰ। ਤੇ ਜਿਸ ਵਕਤ ਮਹਾਰਾਜ ਜੀਆਂ ਨੇ ਉਹ ਵੇਖਿਆ ਤੇ ਮਹਾਰਾਜ ਵੀ ਕਹਿਣ ਲੱਗੇ ਕਿ ਬਹੁਤ ਸੋਹਣੀ ਬਣਾਈ ਹੈ। ਉਹਨਾਂ ਨੇ ਵੀ ਹਾਂ ਚ ਹਾਂ ਮਿਲਾਈ, ਹਾਂ ਸਤਿਗੁਰੂ ਜੀ ਆਪ ਜੀ ਕੇ ਮਸੰਦ ਬੁਲਾਕੀ ਦਾਸ ਨੇ ਵਿਸ਼ੇਸ਼ ਧਿਆਨ ਦੇ ਕਰਕੇ ਵਿਸ਼ੇਸ਼ ਕਾਰੀਗਰ ਲਾ ਕਰਕੇ ਸ਼ਾਇਦ ਤਿਆਰ ਕਰਵਾਈ ਹੈ ਜੀ। ਪੱਠ ਦੀ ਜੈ ਮਾਤਾ ਡਿਗ ਅੰਦਰ। ਤੇ ਮਹਾਰਾਜ ਫਿਰ ਉਹ ਸਭ ਵੇਖ ਕਰਕੇ ਤੇ ਸੇਵਕਾਂ ਨੂੰ ਕਹਿਣ ਲੱਗੇ ਕਿ ਵੇਖੋ ਭਾਈ ਇਹ ਜੋ ਪਾਲਕੀ ਆਈ ਹੈ ਮਾਤਾ ਜੀਆਂ ਦੇ ਪਾਸ ਭੇਜ ਦੇਵੋ ਕਿ ਉਹ ਅੰਦਰ ਇਹਨੂੰ ਸਾਂਭ ਕੇ ਰੱਖ ਲੈਣ। ਸਤਿਕਾਰਯੋਗ ਮਾਤਾ ਨਾਨਕੀ ਜੀ, ਕਿਉਂਕਿ ਪਿੱਛੇ ਵਾਰਤਾਲਾਪ ਚੱਲੀ ਸੀ ਨਾ ਵੀ ਇੱਥੇ ਜਿਹੜੇ ਸਿੱਖ ਨੇ ਇਹਨਾਂ ਦੇ ਮਨ ਹੋਰ ਨੇ ਤੇ ਮੁਖ ਹੋਰ ਨੇ। ਸੋ ਮਾਤਾ ਨਾਨਕੀ ਜੀ ਦੇ ਪਾਸ ਹੀ ਉਹ ਵਸਤੂ ਭੇਜ ਦਿੱਤੀ ਗਈ ਹੈ ਵੀ ਇਹਨਾਂ ਨੂੰ ਮਾਤਾ ਜੀ ਆਪ ਹੀ ਆਪਣੇ ਕਿਸੇ ਵਿਸ਼ੇਸ਼ ਸਥਾਨ ਤੇ ਘਰ ਅੰਦਰ ਸਾਂਭ ਕੇ ਰੱਖਣ ਜੀ। ਕਪਟ ਜੋ ਕਰਿਓ ਮਸੰਦ ਤਨ ਰਾਖਣ। ਹੁਣ ਇਹਦੇ ਵਿੱਚ ਜੋ ਕੁਝ ਕੀਤਾ ਗਿਆ ਹੈ ਅਸਲ ਵਿੱਚ ਮਹਾਰਾਜ ਜੀ ਨੇ ਇਹਨਾਂ ਮਸੰਦਾਂ ਦਾ ਹੀ ਬਾਗ ਉਗਾੜਨਾ ਹੈ। ਇਹਦੇ ਅੰਦਰ ਜੋ ਕੁਝ ਕੀਤਾ ਗਿਆ ਹੈ, ਕਪਟ ਜੋ ਕਰਿਓ ਮਸੰਦ ਧਨ ਰਾਖਣ, ਹੁੰਦਾ ਕੀ ਸੀ
कि जो संगत महाराज जी के घर सेवा हित दसवੰਧ ਦੀ ਮਾਇਆ ਭੇਟ ਕਰਦੀ ਸੀ ਉਹਦੇ ਵਿੱਚੋਂ ਬਹੁਤ ਸਾਰਾ ਹਿੱਸਾ ਇਹ ਜਿਹੜੇ ਮਸੰਦ ਹਨ ਇਹ ਖਾ ਜਾਂਦੇ ਹਨ। ਹਾਲਾਂਕਿ ਜਿਸ ਵਕਤ ਇਹਨਾਂ ਨੂੰ ਥਾਪਿਆ ਗਿਆ, ਜਿਸ ਵਕਤ ਮਹਾਰਾਜ ਗੁਰੂ ਅਮਰਦਾਸ ਜੀ ਨੇ ਇਹ ਪ੍ਰਥਾ ਚਲਾਈ ਤੇ ਇਹ ਸਾਰਾ ਉਸ ਵਕਤ ਤੇ ਬੜੇ ਇਖਲਾਕੀ ਮਨੁੱਖ ਸਨ ਤੇ ਵਿੱਚ ਕੁਝ ਐਸੇ ਰਹੇ ਵੀ ਨੇ ਮਹਾਰਾਜ ਜੀ ਕੇ ਵੇਲੇ ਤੱਕ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੇ ਵੇਲੇ ਤੱਕ, ਜਿਨ੍ਹਾਂ ਨੇ ਗੁਰਮਤਿ ਤੇ ਪੂਰਾ ਪਹਿਰਾ ਦੇ ਕਰਕੇ ਸੇਵਾ ਨਿਭਾਈ, ਪਰੰਤੂ ਬਹੁਤੇ ਐਸੇ ਸਨ ਜਿਨ੍ਹਾਂ ਨੇ ਇਸ ਕਾਰਜ ਨੂੰ ਆਪਣਾ ਇੱਕ ਨਿੱਜੀ ਕਿੱਤਾ ਬਣਾ ਲਿਆ, ਸੰਗਤ ਵੱਲੋਂ ਗੁਰੂ ਦੇ ਨਾਮ ਹਿਤ ਮਾਇਆ ਉਗਰਾਉਣੀ ਤੇ ਆਪਣੇ ਨਿੱਜੀ ਹੱਥਾਂ ਵਿੱਚ ਰੱਖ ਕੇ ਤੇ ਆਪਣਾ ਐਸ਼ ਪ੍ਰਸਤੀ ਵਾਲਾ ਜੀਵਨ ਜੀਣਾ। ਸੋ ਇਹ ਕਾਰਜ ਵਿਗੜ ਗਿਆ। ਮਹਾਰਾਜ ਜੀ ਤੇ ਅੰਤਰਜਾਮੀ ਨੇ, ਸਭ ਜਾਣਦੇ ਨੇ, ਤੇ ਇਹਨਾਂ ਲੋਕਾਂ ਦਾ ਹੀ ਨਾਸ਼ ਕਰਨ ਦੇ ਲਈ, ਦੁਸ਼ਟਾਂ ਦਾ ਨਾਸ਼ ਕਰਨ ਦੇ ਲਈ ਤੇ ਅਵਤਾਰ ਹੋਇਆ। ਸੋ ਮਹਾਰਾਜ ਜੀ ਜਾਣਦੇ ਨੇ ਵੀ ਇਹਨਾਂ ਮਸੰਦਾਂ ਨੇ ਕੇਸਵੇ ਦੇ ਇਸ ਕਾਰਜ ਵਿੱਚ ਕਪਟ ਕੀਤਾ ਹੈ। ਤੇ ਕਪਟ ਹੋਇਆ ਕਿਵੇਂ, ਮੈਂ ਵਿੱਚ ਟੂਕ ਮਾਤਰ ਜ਼ਿਕਰ ਕਰ ਦੇਣਾ, ਫਿਰ ਸਾਖੀ ਦੇ ਹਵਾਲੇ ਅਨੁਸਾਰ ਅੱਗੇ ਚੱਲਾਂਗੇ। ਮਹਾਰਾਜ ਨੇ ਜੋ ਹੁਕਮ ਕੀਤੇ, ਬਲਾਕੀ ਦਾਸ ਨੇ ਸੰਗਤਾਂ ਵਿੱਚ ਹੌਕੇ ਦੇ ਕੇ ਵੱਡੀ ਗਿਣਤੀ ਵਿੱਚ ਧਨ ਦੇ ਭੰਡਾਰ ਭਰੇ ਇਕੱਠੇ ਕੀਤੇ। ਫਿਰ ਜਿਹੜੇ ਸੋਨੇ ਦਾ ਹੁਕਮ ਹੋਇਆ ਸੀ ਉਹ ਸੋਨਾ ਲਾਉਣਾ ਸੀ, ਵਿੱਚੋਂ ਬਹੁਤੀ ਮਾਇਆ ਬਲਾਕੀ ਦਾਸ ਖਾ ਗਿਆ, ਜਿਹੜੀ ਬਚੀ ਉਹ ਵਿੱਚੋਂ ਕਾਰੀਗਰਾਂ ਨੇ ਹੇਰ ਫੇਰ ਕਰ ਲਈ। ਸੋ ਇਦਾਂ ਦਾ ਇੱਕ ਬਨਾਵਟੀ ਜਿਹਾ ਕਾਰਜ ਕਰਕੇ ਤੇ ਸੋਨੂੰ ਸੁੰਦਰ ਦਿਖਾ ਕਰਕੇ ਤੇ ਮਹਾਰਾਜ ਕੇ ਪਾਸ ਭੇਜ ਦਿੱਤਾ ਜੀ, ਆਪ ਜੀ ਕੇ ਹੁਕਮ ਅਨੁਸਾਰ ਸੇਵਾ ਕਰ ਦਿੱਤੀ ਹੈ। ਲੇਕਿਨ ਇਹ ਗੁਰੂ ਤੇ ਗੁਰਮੁਖੋ ਅੰਤਰਜਾਮੀ, ਉਹਨੂੰ ਠੱਗਣਾ ਕਿਤੇ ਸੌਖਾ ਜੀ ਗੱਲ ਥੋੜਾ। ਸੰਸਾਰ ਦੇ ਮਨੁੱਖ ਨੂੰ ਤੇ ਕੋਈ ਵੀ ਠੱਗ ਸਕਦਾ, ਕਿਵੇਂ ਵੀ ਠੱਗ ਸਕਦਾ। ਅਸਲੀ ਚੀਜ਼ ਪਾਸੇ ਕਰਕੇ ਨਕਲੀ ਰੱਖ ਦਿਓ, ਬੜੀ ਸੌਖੀ ਖੇਡ। ਪਰੰਤੂ ਗੁਰੂ ਨੂੰ ਠੱਗਣਾ ਇਹ ਕਿਤੇ ਸੌਖੀ ਗੱਲ ਥੋੜਾ ਨਾ। ਮਹਾਰਾਜ ਤੇ ਅੰਤਰਜਾਮੀ ਨੇ, ਸਭ ਜਾਣਦੇ ਨੇ ਵੀ ਇੱਥੇ ਜਿਹੜਾ ਸੋਨਾ ਲੱਗਿਆ ਸੀ ਉਹ ਹੈ ਕਿੱਥੇ। ਸੋ ਇਸ ਵਿਦ ਕਪਟ ਜੋ ਕਰਿਓ ਮਸੰਦ ਧਨ ਰੱਖਣ। ਜਿਨ੍ਹਾਂ ਮਸੰਦਾਂ ਨੇ ਇਹ ਕਪਟ ਕੀਤਾ, ਮਹਾਰਾਜ ਜੀ ਕੀ ਮਾਇਆ ਨੂੰ ਗਲਤ ਅਰਥਾਂ ਵਿੱਚ ਵਰਤਿਆ, ਸੋ ਉਹਨਾਂ ਦਾ ਭਾਗ ਹੁਣ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਾਤਾ ਜੀ ਕੇ ਸਨਮੁਖ ਕਿੱਦਾਂ ਉਗਾੜਦੇ ਹਨ, ਉਹ ਸਭ ਦੱਸ ਰਹੇ ਹਨ। ਜਾਣਿਓ ਸਤਿਗੁਰ ਕਿਉ ਨਾ ਪਾਖਨ। ਜਾਣਿਓ ਸਤਿਗੁਰੂ, ਕਿਉਂਕਿ ਜਿਸ ਵਕਤ ਇਹ ਵਸਤੂ ਬਣ ਕੇ ਸਾਹਮਣੇ ਆਈ ਨਾ, ਜਿਸ ਵਕਤ ਪਾਲਕੀ ਤਿਆਰ ਹੋ ਕੇ ਸੋਨੇ ਦੀ ਸਾਹਮਣੇ ਆਈ, ਮਹਾਰਾਜ ਤੇ ਉਸ ਵਕਤ ਹੀ ਸਮਝ ਗਿਆ ਕਿ ਭਾਈ ਜੋ ਜਿੱਦਾਂ ਅਸੀਂ ਕਿਹਾ ਸੀ ਉਹ ਹੈ ਨਹੀਂ, ਇਹਦਾ ਰੰਗ ਹੀ ਸੁਨਹਿਰੀ ਦਿਸ ਰਿਹਾ ਹੈ, ਵਿੱਚ ਸੋਨਾ ਨਹੀਂ ਹੈ। ਮਹਾਰਾਜ ਤੇ ਉਸ ਵਕਤ ਹੀ ਸਮਝ ਗਏ, ਲੇਕਿਨ ਅਜੇ ਮਹਾਰਾਜ ਨੇ ਇਸ ਕਾਰਜ ਨੂੰ ਪ੍ਰਗਟ ਨਹੀਂ ਕਰਨਾ, ਇਸ ਲਈ ਕਹਿ ਦਿੱਤਾ ਮਾਤਾ ਨਾਨਕੀ ਜੀ ਨੂੰ ਵੀ ਇਹਨਾਂ ਦੇ ਪਾਸ ਰੱਖ ਦਿਓ। ਜਾਣਿਓ ਸਤਿਗੁਰੂ ਕਰਿਓ ਨਾ ਭਾਖਣ, ਕਿਉਂਕਿ ਉਚਿਤ ਸਮੇਂ ਦੇ ਅਨੁਸਾਰ ਮਹਾਰਾਜ ਇਸ ਭਾਗ ਨੂੰ ਉਗਾੜਨਗੇ। ਜਦੋਂ ਸਮਾਂ ਬਣੇਗਾ ਸਹੀ, ਸੰਗਤ ਇਕੱਤਰ ਹੋਵੇਗੀ, ਮਸੰਦ ਵੀ ਆਉਣਗੇ, ਫਿਰ ਸਾਹਮਣੇ ਸਾਰਿਆਂ ਦੇ ਪ੍ਰਤੱਖ ਕਰਕੇ ਵਿਖਾਉਣਗੇ ਵੀ ਆਹ ਵੇਖੋ ਐਸ ਪੁਰਖ ਨੇ ਆਹ ਕਾਰਜ ਕੀਤਾ ਹੈ, ਇਸ ਨੇ ਅਸਲ ਸੋਨਾ ਆਪਣੇ ਪਾਸ ਰੱਖਿਆ ਹੈ ਤੇ ਪਾਲਕੀ ਦੇ ਉੱਪਰ ਸੁਨਹਿਰੀ ਰੰਗ ਪਾ ਕੇ ਸਾਨੂੰ ਦੇ ਦਿੱਤਾ ਹੈ। ਸੋ ਜਾਣਿਓ ਸਤਿਗੁਰੂ ਕਰਿਓ ਨਾ ਭਾਖਣ। ਅੰਤਰਯਾਮੀ ਗਰੀਬ ਨਿਵਾਜ ਬਾਲਾ ਪ੍ਰੀਤਮ ਲਾਲ ਗੋਬਿੰਦ ਰਾਏ ਜੀ ਜਾਣਦੇ ਤੇ ਹਨ, ਲੇਕਿਨ ਅਜੇ ਕੁਝ ਨਹੀਂ ਕਹਿ ਰਹੇ। ਜਿਸ ਬਿਦ ਪਾਲਕੀ ਆਈ ਹੈ, ਹੁਕਮ ਕਰ ਦਿੱਤਾ ਮਾਤਾ ਜੀਆਂ ਦੇ ਹੱਥ ਰੱਖ ਦੇਵੋ, ਜਦੋਂ ਸਾਨੂੰ ਜ਼ਰੂਰਤ ਹੋਵੇਗੀ ਅਸੀਂ ਹੁਕਮ ਦੇ ਕੇ ਮੰਗਵਾ ਲਵਾਂਗੇ। ਭਿਖ ਮਾਤਾ ਦੋਨੋਂ ਹਰ ਖਾਈ। ਹੁਣ ਮਾਤਾ ਜੀ ਜਿਨ੍ਹਾਂ ਦੇ ਪਾਸ ਕੀਮਤੀ ਸੰਗਤ ਵੱਲੋਂ ਭੇਟਾ ਦੀ ਵਸਤੂ ਆਈ ਹੈ, ਮਾਤਾ ਜੀਆਂ ਨੇ ਜਿਸ ਬਿਦ ਵੇਖਿਆ, ਦੋਨੋਂ ਹਰ ਖਾਈ। ਮਾਤਾ ਗੁਜਰ ਕੌਰ ਜੀ, ਮਾਤਾ ਨਾਨਕੀ ਜੀ ਵੇਖ ਕਰਕੇ ਪ੍ਰਸੰਨ ਹੋਏ ਹਨ। ਪਨੀ ਮਸੰਦਨ ਕੀ ਭਲਿਆਈ। ਤੇ ਮਾਤਾ ਜੀਆਂ ਨੇ ਤੇ ਉਸ ਬਿਦ ਹੀ ਵੇਖਣਾ ਸੀ ਜਿਵੇਂ ਬਾਹਰੀ ਪੱਧਰ ਤੇ ਦ੍ਰਿਸ਼ ਦੇਖ ਰਿਹਾ ਸੀ। ਸੋ ਮਾਤਾ ਜੀਆਂ ਨੇ ਵੇਖਿਆ ਵੀ ਬਹੁਤ ਸੋਹਣੀ ਪਾਲਕੀ ਤਿਆਰ ਕਰਵਾਈ ਹੈ, ਬੜੇ ਭਲੇ ਮਸੰਦ ਨੇ ਜਿਨ੍ਹਾਂ ਨੇ ਮਹਾਰਾਜ ਕੇ ਹੁਕਮਾਂ ਦੀ ਤੁਰਤ ਪਾਲਣਾ ਕਰ ਦਿੱਤੀ ਹੈ। ਸੰਗਤ ਤੋਂ ਮਾਇਆ ਲੈ ਕਰਕੇ ਚੰਦ ਦਿਨਾਂ ਦੇ ਵਿੱਚ ਸੋਨੇ ਦੀ ਪਾਲਕੀ ਤਿਆਰ ਕਰਕੇ ਭੇਜ ਦਿੱਤੀ ਹੈ। ਲੇਕਿਨ ਅੰਤਰਯਾਮੀ ਜਾਣਦੇ ਹਨ ਵੀ ਜੋ ਕੁਝ ਤਿਆਰ ਕੀਤਾ ਹੈ ਉਹ ਕੇਵਲ ਦਿਸ ਰਿਹਾ ਹੈ, ਵਿੱਚ ਇਹਦੇ ਕੁਝ ਵੀ ਨਹੀਂ ਹੈ। ਜਿਹੜਾ ਸੁਨਹਿਰੀ ਦਿਸ ਰਿਹਾ ਹੈ ਨਾ, ਵਿੱਚ ਕੋਈ ਸੋਨਾ ਨਹੀਂ ਹੈ। ਸੋ ਇਸ ਵਿਦ ਮਾਤਾ ਜੀ ਕਹਿ ਰਹੇ ਹਨ ਵੀ ਬੜਾ ਚੰਗਾ ਕਾਰਜ ਕੀਤਾ, ਸੰਗਤ ਤੋਂ ਮਾਇਆ ਇਕੱਤਰ ਕਰਕੇ ਬਲਾਕੀ ਦਾਸ ਨੇ ਗੁਰੂ ਹੁਕਮ ਮੰਨਦਿਆਂ ਪਾਲਕੀ ਭੇਜ ਦਿੱਤੀ ਹੈ। ਲੇਕਿਨ ਲਾਲ ਗੋਬਿੰਦ ਰਾਏ ਜੀ ਵੇਖ ਰਹੇ ਹਨ ਵੀ ਉਸ ਵਿਦ ਨਹੀਂ ਹੋਇਆ ਜਿਵੇਂ ਗੁਰੂ ਚਾਹੁੰਦੇ ਹਨ। ਬੜ ਗੁਰ ਸਿੱਖ ਬੁਲਾਕੀ ਦਾਸ। ਤੇ ਮਾਤਾ ਜੀ ਕਹਿਣ ਲੱਗੇ ਬੜੇ ਗੁਰਸਿੱਖ ਪੁਰਖ ਨੇ ਬੁਲਾਕੀ ਦਾਸ ਜੀ, ਉਹ ਇਸ ਵਿਦ ਮਹਾਰਾਜ ਜੀ ਕੀ ਪਿਆਰ ਸਹਿਤ ਸੇਵਾ ਕਰਦੇ ਹਨ। ਤੁਰਤ ਤਿਆਰ ਕਰ ਭੇਜਿਓ ਪਾਸ। ਤੁਰਤ ਤਿਆਰ,
ਜਿਵੇਂ ਹੁਕਮ ਹੋਇਆ ਸੀ ਤੁਰਤ ਜਲਦੀ ਤੋਂ ਜਲਦੀ ਉਹਨਾਂ ਨੇ ਗੁਰੂ ਹੁਕਮ ਮੰਨ ਕਰਕੇ ਇਹ ਤਿਆਰ ਕਰਕੇ ਸਾਡੇ ਪਾਸ ਭੇਜੀ ਹੈ ਜੀ। ਅਤ ਸੁੰਦਰ ਕਹਿ ਕੇ ਬਣਵਾਇਓ। ਅਤ ਸੁੰਦਰ ਭਾਵ ਬਹੁਤ ਸੁੰਦਰ ਸ਼ੈ ਬਣਵਾਈ ਹੈ, ਬੜੀ ਸੁੰਦਰ ਪਾਲਕੀ ਹੈ ਜੋ ਭਾਈ ਬਲਾਕੀ ਦਾਸ ਜੀ ਹੋਰਾਂ ਨੇ ਬਣਵਾ ਕਰਕੇ ਮਹਾਰਾਜ ਜੀ ਕੇ ਘਰ ਲਾਲ ਗੋਬਿੰਦ ਰਾਏ ਜੀ ਗੁਰੂ ਜੀ के पास भेजी है। कंचन जिसमें बहुत लगायो। ਤੇ ਮਾਤਾ ਜੀ ਮਾਤਾ ਨਾਨਕੀ ਜੀ ਕਹਿਣ ਲੱਗੇ ਵੇਖੋ ਕਿੰਨਾ ਸੋਨਾ ਲੱਗਾ ਹੈ ਇਹਦੇ ਤੇ। ਕੰਚਨ ਜਿਸਮੈ ਬਹੁਤ ਲਗਾਇਓ, ਇਹਦੇ ਵਿੱਚ ਵੇਖੋ ਵੀ ਕਿੰਨਾ ਸੋਨਾ ਨਜ਼ਰ ਆ ਰਿਹਾ, ਪਰੰਤੂ ਵਾਸਤਵ ਵਿੱਚ ਜਿਹੜਾ ਸੱਚ ਹੈ ਕਿੰਨਾ ਹੈ ਉਹਦੇ ਵਿੱਚ ਲੱਗਾ ਹੋਇਆ, ਉਹ ਤੇ ਮਹਾਰਾਜ ਹੁਣ ਅੱਗੇ ਪ੍ਰਤੱਖ ਕਰਕੇ ਵਿਖਾਉਣਗੇ ਵੀ ਇਹਦੇ ਵਿੱਚ ਅਸਲ ਕਿੰਨਾ ਲੱਗਾ ਹੋਇਆ। ਪਾਲਕੀ ਵਿੱਚ ਤੇ ਕੋਈ ਇਉਂ ਕਹਿ ਲਈਏ ਵੀ ਜਿਵੇਂ ਮਹਾਰਾਜ ਜੀ ਨੇ 60 ਸੂਤ ਲਿਖਿਆ ਇੱਥੇ, ਕੋਈ ਵਿਦਵਾਨ ਇਹਨੂੰ 60 ਕਿਲੋ ਲਿਖਦੇ ਨੇ ਤੇ ਕੋਈ 60 ਤੋਲਿਆਂ ਦੇ ਹਿਸਾਬ ਨਾਲ ਲਿਖਦੇ ਨੇ। ਸੋ ਜਿਸ ਵਿਦ ਜੋ ਕੁਝ ਜੋ ਵਸਤੂ ਮਹਾਰਾਜ ਜੀ ਨੇ ਮੰਗਵਾਈ ਹੈ ਤੇ ਜੋ ਸ਼ੈ ਬਣ ਕੇ ਆਈ ਹੈ ਤੇ ਮਾਤਾ ਜੀ ਵੇਖ ਰਹੇ ਨੇ ਤੇ ਕਹਿੰਦੇ ਨੇ ਬਹੁਤ ਸੋਹਣੀ ਲੱਗ ਰਹੀ ਹੈ, ਪਰੰਤੂ ਪੂਰਨ ਪੁਰਖ ਅੰਤਰਯਾਮੀ ਸਤਿਗੁਰੂ ਵੇਖਦੇ ਨੇ ਤੇ ਉਹ ਕਹਿੰਦੇ ਨੇ ਕੋਈ ਨਹੀਂ, ਸਮਾਂ ਆਉਣ ਦਿਓ ਅਸੀਂ ਦੱਸ ਦੇਵਾਂਗੇ ਕਿੰਨੀ ਕੁ ਸੁੰਦਰ ਹੈ ਜੀ। ਅਬ ਲਗ ਅਪਰਨਾ ਹਮ ਨਾ ਹੀਰਾ। ਅਬ ਲਗ ਮਾਤਾ ਜੀ ਕਹਿਣ ਲੱਗੇ ਬਲਾਕੀ ਦਾਸ ਤੇ ਬੜੇ ਪਿਆਰ ਵਾਲਾ ਸਿੱਖ ਹੈ, ਇਹਦੇ ਵਰਗਾ ਤੇ ਹੁਣ ਤੱਕ ਅਸੀਂ ਕੋਈ ਵੇਖਿਆ ਹੀ ਨਹੀਂ। ਰਚਿਓ ਰੁਚਰ ਇਹ ਮੋਲ ਬਡੇਰਾ। ਜਿਨ੍ਹਾਂ ਨੇ ਬਹੁਤ ਬੇਸ਼ਮੁੱਲਾ ਇਹ ਜਿਹੜਾ ਇਹ ਪਾਲਕੀ ਹੈ ਤਿਆਰ ਕਰਵਾ ਕਰਕੇ ਤੇ ਸਾਡੇ ਪਾਸ ਭੇਜੀ ਹੈ ਜੀ। ਮਾਤ ਨਾਨਕੀ ਨੇ ਸਮਝਾਏ। ਮਾਤ ਨਾਨਕੀ ਨੇ ਸਮਝਾਏ ਭਾਵ ਇਹਦਾ ਹੈ ਮਾਤਾ ਨਾਨਕੀ ਜੀ ਨੇ ਫਿਰ ਆਪਣੇ ਪੋਤਰੇ ਲਾਲ ਗੋਬਿੰਦ ਰਾਏ ਜੀ ਹੋਰਾਂ ਨੂੰ ਇਉਂ ਕੁਝ ਬਾਤਾਂ ਸਮਝਾਈਆਂ ਹਨ। ਦੇਖੋ ਸੁਤ ਸਿੱਖੀ ਇਸ ਭਾਏ। ਤੇ ਉਸ ਵਕਤ ਮਾਤਾ ਨਾਨਕੀ ਜੀ ਉਹ ਭੇਟ ਵੇਖ ਕਰਕੇ ਕਹਿਣ ਲੱਗੇ ਬੇਟਾ ਜੀ ਆਹ ਦੇਖੋ, ਆਹ ਹੈ ਸਿੱਖੀ ਦਾ ਪ੍ਰੇਮ। ਤੁਸੀਂ ਕਹਿੰਦੇ ਸੀ ਇਸ ਇਲਾਕੇ 'ਚ ਪ੍ਰੇਮ ਨਹੀਂ ਹੈ, ਤੁਸੀਂ ਕਹਿ ਰਹੇ ਸੀ ਨਾ ਵੀ ਸਿੱਖਾਂ ਦੇ ਮਨ 'ਚ ਕੁਝ ਹੋਰ ਹੈ, ਮੁੱਖ 'ਚ ਕੁਝ ਹੋਰ ਹੈ, ਲੇਕਿਨ ਆ ਪ੍ਰੇਮ ਹੈ। ਵੇਖੋ ਤੁਹਾਡੇ ਹੁਕਮ ਅਨੁਸਾਰ ਚੰਦ ਦਿਨਾਂ ਦੇ ਵਿੱਚ ਹੀ ਇੰਨੀ ਕੀਮਤੀ ਪਾਲਕੀ, ਏਡੇ ਮੁੱਲ ਦੀ ਪਾਲਕੀ ਤੁਹਾਨੂੰ ਸੰਗਤ ਨੇ ਬਣਾ ਕਰਕੇ ਦੇ ਦਿੱਤੀ ਹੈ। ਮਾਨਹਿ ਸਗਰੇ ਹੁਕਮ ਤੁਮਾਰੋ। ਤੇ ਇਸ ਦੇਸ਼ ਵਿੱਚ ਵੀ ਸਭ ਕੋਈ ਆਪ ਜੀ ਦਾ ਹੁਕਮ ਮੰਨਦਾ ਹੈ ਜੀ। ਕਹੋ ਜਥਾ ਭੇਜੈ ਕਰ ਤਿਆਰੋ। ਕਹੋ ਜਥਾ ਆਪ ਜੋ ਵੀ ਆਪਣੇ ਮੁਖ ਤੋਂ ਹੁਕਮ ਕਰੋ ਨਾ, ਬਹੁਤ ਜਲਦੀ ਜਿਤਨੇ ਵੀ ਮਸੰਦ ਹਨ ਬਹੁਤ ਜਲਦੀ ਉਹ ਸਭ ਚੀਜ਼ ਤਿਆਰ ਕਰਕੇ ਤੁਹਾਡੇ ਤੱਕ ਹਾਜ਼ਰ ਕਰ ਦਿੰਦੇ ਹਨ। ਸੇਵ ਵਿਖੈ ਸਭ ਕੇ ਮਨ ਰਾਤੇ। ਇਹਦਾ ਮਤਲਬ ਇਹ ਹੈ ਵੀ ਇਹ ਸਭ ਆਪ ਜੀ ਕੀ ਸੇਵਾ ਵਿੱਚ ਰੱਤੇ ਹੋਏ ਹਨ, ਪ੍ਰੇਮ ਕਰਕੇ ਹੀ ਸੇਵਾ ਕਰਦੇ ਹਨ। ਪੂਰਨ ਗੁਰੂ ਆਪ ਕੋ ਜਾਤੇ। ਆ ਭਾਵ ਗੁਰੂ ਤੇਗ ਬਹਾਦਰ ਮਹਾਰਾਜ ਜੀ ਵਾ ਤਾਪ ਜੀਆਂ ਨੂੰ ਵੀ ਪੂਰੇ ਗੁਰੂ ਜਾਣਦੇ ਹਨ। ਸਿੱਖ ਸੰਗਤ ਅਸ ਬ੍ਰਿੰਦ ਮਸੰਦ। ਬੇਅੰਤ ਸਿੱਖ ਸੰਗਤਾਂ ਤੇ ਬੇਅੰਤ ਇਹਨਾਂ ਪੂਰਬ ਦੇਸ਼ ਦੇ ਇਲਾਕਿਆਂ ਦੇ ਜਿਹੜੇ ਮਸੰਦ ਹਨ। ਤੁਮਰੇ ਪ੍ਰੇਮੀ ਹਿਰਦੈ ਬਿਲੰਦ। ਬੇਟਾ ਜੀ ਇਹ ਸਭ ਸਾਰੇ ਤੁਹਾਡੇ ਜਿਹੜੇ ਹਨ ਨਾ ਹਿਰਦੇ ਕਰਕੇ ਪ੍ਰੇਮੀ ਹਨ। ਮਦਰ ਦੇਸ਼ ਤੇ ਹਮ ਜਬ ਆਏ। ਮਦਰ ਦੇਸ਼ ਪੰਜਾਬ ਦੇਸ਼ ਤੋਂ ਜਦੋਂ ਇਸ ਦੇਸ਼ ਵੱਲ ਅਸੀਂ ਆਏ ਸੀ, ਸੰਕਟ ਬਿਨਾ ਸਰਬ ਸੁਖ ਪਾਏ। ਤੇ ਉਸ ਸਮੇਂ ਤੋਂ ਲੈ ਕਰਕੇ ਤੇ ਹੁਣ ਤੱਕ ਭਾਵ ਅਰਥੇ ਨੇ ਵੀ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਕੇ ਪ੍ਰਗਟ ਹੋਣ ਤੋਂ ਲੈ ਕਰਕੇ ਤੇ ਹੁਣ ਤੱਕ ਸਾਰੇ ਸੁੱਖ ਇਸ ਥਾਂ ਤੇ ਸਾਨੂੰ ਮਿਲੇ ਹਨ। ਸੰਗਤਾਂ ਨੇ ਬੇਅੰਤ ਭੇਟਾਵਾਂ ਦਿੱਤੀਆਂ ਹਨ, ਬਹੁਤ ਸੇਵਾ ਕੀਤੀ ਹੈ, ਦਿਨੇ ਰਾਤ ਪ੍ਰੇਮ ਕਰਕੇ ਸੰਗਤ ਹਾਜ਼ਰ ਰਹਿੰਦੀ ਹੈ ਤੇ ਮਸੰਦ ਵੀ ਹੁਕਮ ਮੰਨਦੇ ਹਨ। ਤਹਾਂ ਉਪਦਰਵ ਅਨਗਨ ਹੇਰੇ। ਹਾਂ ਪੰਜਾਬ ਦੇਸ਼ ਦੇ ਵਿੱਚ ਅਸੀਂ ਮੰਨਦੇ ਹਾਂ ਵੀ ਉੱਥੇ ਬਹੁਤ ਉਪਦਰਵ ਬੜੇ ਸੰਗਰਾਮ ਹੋਏ ਹਨ। ਤੁਰਕਨ ਸੋਰਨ ਮਚੇ ਕਨੇਰੇ। ਕਿਉਂਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਵੇਲੇ ਤੋਂ ਜੰਗਾਂ ਸ਼ੁਰੂ ਹੋ ਗਈਆਂ ਸਨ, ਜਿਹੜੀਆਂ ਕਿ ਫਿਰ ਕਿਸੇ ਨਾ ਕਿਸੇ ਰੂਪ ਵਿੱਚ ਚੱਲਦੀਆਂ ਰਹੀਆਂ ਹਨ। ਸ੍ਰੀ ਅੰਮ੍ਰਿਤਸਰ ਬੜ ਸੰਗਰਾਮਾ। ਸਭ ਤੋਂ ਪਹਿਲਾ ਜੰਗ ਜਿਹੜਾ ਤੁਹਾਡੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਲੜਿਆ ਸੀ ਉਹ ਸ੍ਰੀ ਅੰਮ੍ਰਿਤਸਰ ਦੀ ਪਹਿਲੀ ਲੜਾਈ, ਬਹੁਤ ਭਿਅੰਕਰ ਵੱਡੀ ਲੜਾਈ ਹੋਈ ਸੀ। ਸੈਨ ਕਨੀਤੇ ਤਜ ਕਰ ਤਾਮਾ। ਬੜੀ ਵੱਡੀ ਤੁਰਕ ਦੀ ਫੌਜ ਨੇ ਅੰਮ੍ਰਿਤਸਰ ਨੂੰ ਘੇਰਾ ਪਾਇਆ ਸੀ ਤੇ ਕੁਝ ਹਾਲਾਤ ਐਸੇ ਸਨ ਵੀ ਉੱਥੇ ਰਹਿ ਕੇ ਲੜਨਾ ਮੁਸ਼ਕਲ ਸੀ, ਇਸ ਕਰਕੇ ਕੁਝ ਪਾਸੇ ਹੋ ਕਰਕੇ ਜੰਗ ਫਤਿਹ ਕੀਤੀ ਹੈ। ਬੀਬੀ ਬੀਰੋ ਵਿਆਹ ਤਿਸ ਕਾਲਾ। ਤੇ ਨਾਲ ਦਾਦੀ ਮਾਤਾ ਕਹਿਣ ਲੱਗੇ ਕਿ ਤੁਹਾਡੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਪਿਤਾਮਾ ਗੁਰੂ, ਜਿਨ੍ਹਾਂ ਦੇ ਸੁਪੁੱਤਰੀ ਬੀਬੀ ਵੀਰੋ ਜੀ ਸਤਿਗੁਰੂ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਕੇ ਭੂਆ ਜੀ ਕਹਿ ਲਈਏ,
ਉਸ ਵਕਤ ਤੁਹਾਡੇ ਭੂਆ ਜੀ ਹੋਰਾਂ ਦਾ ਵਿਆਹ ਰੱਖਿਆ ਹੋਇਆ ਸੀ, ਜਿਸ ਵਕਤ ਤੁਰਕ ਦੀ ਫੌਜ ਨੇ ਹਮਲਾ ਕੀਤਾ ਤੇ ਅੰਮ੍ਰਿਤਸਰ ਦੀ ਮਹਾਂ ਸੰਗਰਾਮ ਵੱਡੀ ਲੜਾਈ ਹੋਈ। ਕਰਿਓ ਹੁਤੋ ਪਕਵਾਨ ਵਿਸਾਲਾ। ਤੇ ਵਿਆਹ ਵੀ ਇਸ ਪੱਧਰ ਤੇ ਚੱਲ ਰਿਹਾ ਹੈ ਵੀ ਘਰ ਅੰਦਰ ਜੰਜ ਦਾ ਟੁਕਾਓ ਹੋਣਾ ਹੈ ਤੇ ਸਭ ਪਕਵਾਨ ਆਦਿਕ ਤਿਆਰ ਹੋ ਰਹੇ ਹਨ। ਇਸ ਤੇ ਆਦ ਸਮਗਰੀ ਜੇਤੀ। ਇਸ ਤੇ ਆਦ ਤੋਂ ਭਾਵ ਹੈ ਵੀ ਹੋਰ ਜਿਤਨੀ ਵੀ ਘਰ ਦੀ ਸੋਚ ਸਮਗਰੀ ਸਮਾਨ ਆਦਿਕ ਹੁੰਦਾ ਹੈ। ਭਏ ਜੁਦ ਤੇ ਲੁੱਟ ਗਈ ਤੇਤੀ। ਐਸਾ ਭਿਅੰਕਰ ਯੁੱਧ ਹੋਇਆ ਉਸ ਵਕਤ ਵੀ ਸਮਾਨ ਜਾਂ ਵਿਆਹ ਦੀ ਸਮਗਰੀ ਤੇ ਦੂਰ ਦੀ ਗੱਲ, ਉਸ ਵਕਤ ਤੇ ਕੇਵਲ ਆਪਣੇ ਆਪ ਨੂੰ ਜਾਂ ਸਮੇਂ ਦੇ ਜਿਤਨੇ ਵੀ ਗੁਰੂ ਸਿੱਖ ਹਨ ਉਹਨਾਂ ਸਾਰਿਆਂ ਨੂੰ ਬਚਾਉਣ ਦੇ ਲਈ, ਦੇਸ਼ ਬਚਾਉਣ ਦੇ ਲਈ ਤੁਹਾਡੇ ਪਿਤਾਮਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੰਗ ਲੜੀ। ਤੇ ਉਸ ਵਕਤ ਜਿਤਨੇ ਵੀ ਐਸੇ ਸਨ, ਜਿਵੇਂ ਜੰਗਾਂ ਵਿੱਚ ਅਕਸਰ ਲੁੱਟਣ ਵਾਲੇ ਲੁਟੇਰੇ ਹੁੰਦੇ ਹਨ, ਉਹਨਾਂ ਨੇ ਬਹੁਤ ਐਸਾ ਜੋ ਉਸ ਵਕਤ ਲੁੱਟ ਕੀਤੀ ਸੀ। ਹਮ ਤੁਰਕਨ ਤੇ ਪੈ ਵੱਡ ਧਾਰੇ। ਤੇ ਫਿਰ ਉਸ ਵਕਤ ਤੁਰਕਾਂ ਦੇ ਨਾਲ ਹੋਰ ਵੀ ਕੁਝ ਜੰਗਾਂ ਹੋਈਆਂ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਮਹਾਰਾਜ ਕੇ ਸੰਗ ਜੰਗਾਂ ਲੜਦੇ ਰਹੇ ਹਨ। ਸੋ ਇਹਨਾਂ ਜੰਗਾਂ ਦੇ ਕਾਰਨ ਉਸ ਦੇਸ਼ ਵਿੱਚ ਬਹੁਤ ਭੈ ਹੈ ਜੀ। ਨੀਠ ਨੀਠ ਨਿਕਸੇ ਨਿਜ ਦੁਆਰੇ। ਤੇ ਇਸ ਭੈ ਤੋਂ ਹੀ ਫਿਰ ਹੌਲੀ ਹੌਲੀ ਜਿਵੇਂ ਸਾਨੂੰ ਹੁਕਮ ਹੁੰਦਾ ਰਿਹਾ, ਫਿਰ ਵਿਚਰਦੇ ਹੋਏ ਇੱਥੋਂ ਤੱਕ ਆਣ ਵਸੇ ਹਾਂ। ਤਿਸ ਤੇ ਆਦ ਬਿਗਨ ਸਮਧਾਏ। ਤੇ ਹੋਰ ਜਿਤਨੇ ਪਰਿਵਾਰ ਹਨ, ਭਾਵ ਸੋਢੀ ਕੁਲ ਵੰਸੀ ਜਾਂ ਜਿਤਨਾ ਵੀ ਸੰਬੰਧੀ ਹਨ, ਸਭ ਕਿਸੇ ਨਾ ਕਿਸੇ ਬਿਗਨ ਹਿਤ ਭਾਵ, ਕਿਉਂਕਿ ਜਦੋਂ ਅਕਸਰ ਜੰਗਾਂ ਹੁੰਦੀਆਂ ਨੇ ਬਹੁਤ ਹਾਲਾਤ ਵਿਗੜ ਜਾਇਆ ਕਰਦੇ ਹਨ। ਸੋ ਮਾਤਾ ਜੀ ਇਦਾਂ ਆਪਣੇ ਪੋਤਰੇ ਲਾਲ ਗੋਬਿੰਦ ਰਾਏ ਜੀ ਹੋਰਾਂ ਨੂੰ ਇਹ ਬਾਤ ਦੱਸ ਰਹੇ ਹਨ। ਭਏ ਦੇਸ ਤਿਸ ਕੇਤਕ ਗਿਨਾਏ। ਤੇ ਫਿਰ ਉਹ ਸਭ ਚੀਜ਼ ਨੂੰ ਵਿਚਾਰਦਿਆਂ ਹੋਇਆਂ ਤੇ ਇਹਨਾਂ ਦੇਸ਼ਾਂ ਵਿੱਚ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦਿਆਂ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਇਸ ਪਾਸੇ ਵੱਲ ਆਏ ਹਨ। ਤੁਮਰੋ ਜਨਮ ਦੇਸਿਸ ਪਇਓ। ਤੇ ਇਸ ਸਥਾਨ ਤੇ ਆ ਕਰਕੇ ਆਪ ਜੀ ਦਾ ਅਵਤਾਰ ਹੋਇਆ, ਜਨਮ ਹੋਇਆ ਹੈ। ਏ ਸੁਤ ਹਮ ਤਬ ਕੋ ਸੁਖ ਲਿਓ। ਤੇ ਜਦੋਂ ਤੋਂ ਇਸ ਦੇਸ਼ ਆ ਕੇ ਵਸੇ ਆ, ਆਪ ਜੀ ਦਾ ਅਵਤਾਰ ਹੋਇਆ, ਇੱਥੇ ਆ ਕੇ ਇੱਕ ਨਵੇਕਲਾ ਸੁਖ ਸਾਨੂੰ ਮਿਲਿਆ ਹੈ ਜੀ। ਆਦ ਬੁਲਾਕੀ ਦਾਸ ਮਸੰਦ। ਕਿਉਂਕਿ ਇੱਥੇ ਜਿਹੜੇ ਬੁਲਾਕੀ ਦਾਸ ਵਰਗੇ ਮਸੰਦ ਸਾਡਾ ਹੁਕਮ ਮੰਨ ਕੇ ਬਹੁਤ ਸੇਵਾ ਕਰਦੇ ਹਨ। ਆਪਰ ਸਿੱਖ ਸੰਗਤ ਤੇ ਬ੍ਰਿੰਦ। ਹੋਰ ਵੀ ਬਹੁਤ ਸਾਰੀਆਂ ਸਿੱਖ ਸੰਗਤਾਂ ਹਨ ਜੋ ਕਿ ਹੁਕਮ ਮੰਨ ਕੇ ਆਪ ਜੀ ਕੇ ਘਰ ਅੰਦਰ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਹੁਕਮ ਸਹਿਤ ਸੇਵਾ ਕਰਦੀਆਂ ਹਨ। ਨਿਸ਼ਚਾ ਕਰੈ ਸੋ ਵਿੱਚ ਤੁਮਾਰੇ। ਬਹੁਤ ਨਿਸ਼ਚਾ ਹੈ ਸੰਗਤ ਦਾ, ਗੁਰੂ ਪ੍ਰਤੀ ਬੜਾ ਪਿਆਰ ਹੈ ਸੰਗਤ ਦਾ। ਹਿਰਦੈ ਕਪਟ ਕੋ ਨਰ ਨਹਿ ਧਾਰੇ। ਤੇ ਜਿੱਥੋਂ ਤੱਕ ਮਾਤਾ ਜੀ ਕਹਿਣ ਲੱਗੇ, ਜਿੱਥੋਂ ਤੱਕ ਅਸੀਂ ਵੇਖਿਆ ਹੈ ਵੀ ਕੋਈ ਕਪਟ ਕਰਨ ਵਾਲਾ ਸਿੱਖ ਹੈ ਨਹੀਂ ਇੱਥੇ, ਕੋਈ ਐਸਾ ਸਿੱਖ ਨਹੀਂ ਹੈ ਜਿਹੜਾ ਗੁਰੂ ਨਾਲ ਧੋਖਾ ਕਰੇ, ਗੁਰੂ ਨਾਲ ਕਪਟ ਕਰੇ। ਤੇ ਇਹੀ ਬਾਤ ਮੁੱਢ ਤੋਂ ਚੱਲਦੀ ਆ ਰਹੀ ਹੈ, ਕਿਉਂਕਿ ਮਾਤਾ ਜੀਆਂ ਨੇ ਕੇਵਲ ਬਾਹਰੀ ਪੱਧਰ ਤੇ ਵੇਖਿਆ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਅੰਤਰਯਾਮੀ ਸਤਿਗੁਰੂ ਨੇ ਜੋ ਕਿ ਅੰਦਰੂਨੀ ਪੱਧਰ ਤੇ ਵੇਖਦੇ ਹਨ। ਤੇ ਸਭ ਤੋਂ ਵੱਡਾ ਭੁਲੇਖਾ ਗੁਰਮੁਖੋ ਇੱਥੇ ਹੀ ਹੁੰਦਾ। ਅਸੀਂ ਵੀ ਜਦੋਂ ਕਿਸੇ ਨੂੰ ਬਾਹਰੀ ਪੱਧਰ ਤੇ ਵੇਖਦੇ ਹਾਂ ਤੇ ਸਾਨੂੰ ਲੱਗਦਾ ਵੀ ਬੜੀ ਸੇਵਾ ਕਰਨ ਵਾਲਾ, ਬੜਾ ਗੁਰਮੁਖ ਬੰਦਾ ਹੈ। ਤੇ ਜਦੋਂ ਅੰਤਰਾਤਮੇ ਚ ਆਤ ਵੱਜਦੀ ਹੈ ਤੇ ਫਿਰ ਪਤਾ ਲੱਗਦਾ ਵੀ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਸੋ ਇਸ ਵੇਲੇ ਮਾਤਾ ਜੀ ਕਹਿਣ ਲੱਗੇ ਅਸੀਂ ਤੇ ਬਹੁਤ ਵੇਖਿਆ ਹੈ, ਬੜਾ ਪਿਆਰ ਸਹਿਤ ਸੇਵਾ ਕਰਦੇ ਹਨ, ਬੜੇ ਚੰਗੇ ਗੁਰਸਿੱਖ ਹਨ। ਰਹਿਬੋ ਇਸੀ ਦੇਸ ਕੋ ਕੀਜੈ। ਅਜੇ ਪੁੱਤਰ ਜੀ, ਬੇਟਾ ਜੀ, ਇਸ ਦੇਸ਼ ਵਿੱਚ ਸਾਨੂੰ ਹੋਰ ਸਮਾਂ ਥੋੜਾ ਬਿਤਾਉਣਾ ਚਾਹੀਦਾ ਹੈ। ਮਦਰ ਦੇਸ ਕੋ ਨਾਮ ਨ ਲੀਜੈ। ਥੋੜੇ ਸਮੇਂ ਬਾਅਦ ਫਿਰ ਅਸੀਂ ਪੰਜਾਬ ਦੇਸ਼ ਜਾਵਾਂਗੇ ਜੀ। ਇਤਨੀ ਇਸ ਸਥਾਨ ਤੋਂ ਚੱਲਣ ਦੀ ਆਪ ਕਾਹਲ ਨਾ ਕਰੋ ਜੀ। ਤਹਾਂ ਸ਼ਰੀਕ ਮਹਾ ਦੁਖਦਾਈ। ਤੇ ਹੋਰ ਵੀ ਉੱਥੇ ਕੋਈ ਸਾਡੇ ਸ਼ਰੀਕ ਪਰਿਵਾਰ ਹਨ, ਜਿਵੇਂ ਪਿੱਛੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਗੁਰਿਆਈ ਮਿਲੀ ਤੇ ਇੱਧਰ ਜਿਹੜਾ ਧੀਰਮਲ ਸੀ ਉਹਨੇ ਵਿਉਂਤਬੰਦੀ ਕਰਕੇ ਆਪਣੇ ਆਪ ਨੂੰ ਗੁਰੂ ਅਖਵਾਉਣ ਦੇ ਲਈ ਸੀਏ ਮਸੰਦ ਨੂੰ ਕਹਿ ਕੇ ਮਹਾਰਾਜ ਜੀ ਕੇ ਉੱਪਰ ਗੋਲੀ ਚਲਵਾ ਦਿੱਤੀ। ਸੋ ਐਸੇ ਵੀ ਕੁਝ ਕਾਰਨ ਸਨ। ਮਹਾਰਾਜ ਸੱਚੇ ਪਾਤਸ਼ਾਹ ਜੀ ਪਰਿਵਾਰ ਨੂੰ ਉਸ ਸਥਾਨ ਤੇ ਟਿਕਾਉਂਦੇ ਹਨ। ਭਿਖ ਨਾ ਸਕੈ ਸੋ ਬਿਗਨ ਉਠਾਈ। ਤੇ ਜਿਹੜੇ ਸ਼ਰੀਕ ਹਨ ਉਹ ਸਾਨੂੰ ਵੇਖ ਨਹੀਂ ਸਕਦੇ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਵੱਡੀ ਵਡਿਆਈ ਉਹਨਾਂ ਤੋਂ ਜਰੀ ਨਹੀਂ ਜਾਂਦੀ, ਫਿਰ ਉਹ ਬਿਗਨ ਉਠਾਉਂਦੇ ਹਨ। ਅਨੇਕ ਬਿਦਨ ਕੇ ਦੁਖ ਤਿਸ ਦੇਸ। ਅਨੇਕ ਬਿਦਨ ਭਾਵ ਅਨੇਕਾਂ ਤਰੀਕਿਆਂ ਦੇ ਨਾਲ ਇਉਂ ਕਹਿ ਲਈਏ ਵੀ ਕੋਈ ਨਾ ਕੋਈ ਉਸ ਦੇਸ਼ ਵਿੱਚ ਹਰ ਸਮੇਂ ਮੁਸੀਬਤ ਬਣੀ ਰਹਿੰਦੀ ਹੈ। ਹੇ ਸੁਤ ਹਮ ਪਰ
ਬਿਤੇ ਅਸੇਸ। ਕਿਆ ਪੁੱਤਰ ਜੀ ਇਹ ਸਭ ਕੁਝ ਸਾਡੇ ਤਨ ਤੇ ਬੀਤਿਆ ਹੋਇਆ, ਇਹ ਸਾਡੀ ਇੱਕ ਹੱਡ ਬੀਤੀ ਹੈ ਜੀ। ਸੋ ਮੇਰੇ ਜਬ ਹੀ ਚਿਤ ਆਵੈ, ਸਾਨੂੰ ਜਦੋਂ ਕਿਤੇ ਉਹ ਸਾਰੇ ਸਮੇਂ ਯਾਦ ਵਿੱਚ ਆਉਂਦੇ ਹਨ, ਧੀਰ ਨਾ ਉਪਜਤ ਅਜੂ ਡਰਾਵੈ। ਫਿਰ ਕਈ ਵਾਰ ਜਿਹੜਾ ਮਨ ਹੈ ਨਾ ਉਹ ਭੈਗ੍ਰਸਤ ਵੀ ਹੋ ਜਾਂਦਾ, ਧੀਰਜ ਨਹੀਂ ਮਿਲਦਾ ਹੈ ਜੀ। ਨਹਿ ਪੂਰਵ ਮੈਂ ਸਰਦਾ ਧਾਰੀ, ਇਸ ਦੇਸ਼ ਵਿੱਚ ਆਏ ਹਾਂ ਤੇ ਇੱਥੇ ਕੁਝ ਵੱਖਰਾ ਵੇਖਣ ਨੂੰ ਮਿਲਿਆ ਹੈ ਜੀ। ਇਹਾਂ ਬਸੋ ਨਿਤ ਪ੍ਰਭ ਸੁਖ ਭਾਰੀ। ਤੇ ਜਦੋਂ ਤੱਕ ਆਪ ਜੀ ਕੀ ਬਾਲ ਵੈ ਹੈ, ਛੋਟੀ ਉਮਰ ਹੈ, ਉਦੋਂ ਤੱਕ ਆਪ ਇਸ ਸਥਾਨ ਤੇ ਇਸ ਦੇਸ਼ ਵਿੱਚ ਹੀ ਵਸੋ। ਸੋ ਇਸ ਵੇਲੇ ਮਾਤਾ ਜੀ ਸਮਝਾ ਰਹੇ ਨੇ, ਲਾਲ ਗੋਬਿੰਦ ਰਾਏ ਜੀ ਮਦਰ ਦੇਸ਼ ਆਉਣ ਦੇ ਲਈ ਥੋੜੇ ਉਤਾਵਲੇ ਨੇ, ਲੇਕਿਨ ਅਜੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਹੁਕਮ ਵੀ ਨਹੀਂ ਆਇਆ। ਤੇ ਨਾਲ ਜੋ ਕੁਝ ਕਹਿ ਰਹੇ ਨੇ ਨਾ ਲਾਲ ਜੀ, ਉਹ ਵੀ ਇਉਂ ਕਹਿ ਲਈਏ ਇੱਕ ਸੱਚ ਹੈ, ਕਿਉਂਕਿ ਅੰਤਰਯਾਮੀ ਸਤਿਗੁਰੂ ਜਾਣਦੇ ਹਨ, ਸੇਵਾ ਤੇ ਕਰਦੇ ਹਨ, ਇਹਦੇ ਪਿੱਛੇ ਗੁਰੂ ਨਾਲ ਧੋਖਾ ਵੀ ਹੁੰਦਾ ਹੈ। ਜਿਤਨੀ ਵਸਤ ਗੁਰੂ ਕੇ ਘਰ ਨਿਮਿਤ ਸੰਗਤ ਭੇਟ ਕਰਦੀ ਹੈ, ਇਹ ਜਿਹੜੇ ਮਸੰਦ ਨੇ ਉਹਦੇ ਵਿੱਚੋਂ ਬਹੁਤ ਸਾਰਾ ਹਿੱਸਾ ਆਪ ਖਾ ਜਾਂਦੇ ਨੇ। ਜਿਵੇਂ ਪਾਲਕੀ ਆਈ ਹੈ ਨਾ, ਕੱਲ ਦਾ ਜਿਹੜੇ ਦੀਵਾਨਾਂ ਵਿੱਚ ਵਿਚਾਰ ਚੱਲੇਗੀ, ਮਹਾਰਾਜ ਉਹ ਸਭ ਕੁਝ ਪ੍ਰਤੱਖ ਕਰਕੇ ਵਿਖਾ ਦੇਣਗੇ ਕਿ ਆਹ ਵੇਖੋ ਇਹਦੇ ਵਿੱਚ ਇੰਨੀ ਮਾਤਰਾ ਇਹ ਦੱਸਦੇ ਸਨ ਸੋਨੇ ਦੀ ਲੱਗੀ ਹੈ ਤੇ ਇੰਨਾ ਹੀ ਨਿਕਲਿਆ। ਸੋ ਇਹਦਾ ਮਤਲਬ ਹੈ ਵੀ ਕਿਤੇ ਨਾ ਕਿਤੇ ਜ਼ਰੂਰ ਇਹਨਾਂ ਲੋਕਾਂ ਨੇ ਗੁਰੂ ਕੀ ਭੇਟਾ ਨੂੰ ਗਲਤ ਅਰਥ ਵਰਤਿਆ ਹੈ, ਗੁਰੂ ਨਾਲ ਠੱਗੀ ਮਾਰਨ ਦਾ ਯਤਨ ਕੀਤਾ। ਸੋ ਜਿਵੇਂ ਮਹਾਰਾਜ ਪ੍ਰਤੱਖ ਰੂਪ ਵਿੱਚ ਉਹ ਸਾਰੀ ਬਾਤ ਕਰਕੇ ਵਿਖਾਉਂਦੇ ਨੇ, ਉਹੀ ਪਾਲਕੀ ਲੈਣਗੇ ਤੇ ਸਭ ਦੇ ਸਨਮੁਖ ਸਾਰਿਆਂ ਨੂੰ ਇਕੱਠੇ ਕਰਕੇ ਵਿਖਾਉਣਗੇ। ਸੋ ਯਤਨ ਕਰਾਂਗੇ ਜੋ ਸਾਖੀ ਦੇ ਅਗਲੇ ਹਵਾਲੇ ਨੇ ਆਉਣ ਵਾਲੇ ਦੀਵਾਨਾਂ ਵਿੱਚ ਵਿਸਤਾਰ ਸਹਿਤ ਆਪ ਸੰਗਤਾਂ ਦੇ ਨਾਲ ਇਹਨਾਂ ਸਮਿਆਂ ਦੌਰਾਨ ਹੀ ਸਾਂਝੇ ਕਰਨ ਦਾ ਜੀ ਅੱਜ ਸਮੇਂ ਹੋ ਚੁੱਕੇ ਨੇ। ਇੱਥੇ ਹੀ ਵਿਚਾਰਾਂ ਨੂੰ ਵਿਸ਼ਰਾਮ ਦਿੰਦੇ ਹਾਂ। ਗੁਰਬਾਣੀ ਦੇ ਕੀਰਤਨ ਆਪਾਂ ਨੇ ਇਸੇ ਤਰ੍ਹਾਂ ਪਿਆਰ ਸਹਿਤ ਸਰਵਣ ਕਰਨੇ ਨੇ। ਗੁਰੂ ਇਤਿਹਾਸ ਵਾਚਦਿਆਂ ਹੋਈਆਂ ਬੇਅੰਤ ਭੁੱਲਾਂ ਗੁਰਦੇਵ ਗੁਰੂ ਕੀ ਸੰਗਤ ਬਖਸ਼ ਲੈਣਾ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਨਰ ਪੂਰਬ ਮੈਂ ਸਰਦਾ ਧਾਰੀ, ਇਹਾਂ ਬਸੋ ਨਿਤ ਪ੍ਰਤ ਸੁਖ ਪਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।